ਬੱਦਲਵਾਈ ਦਾ ਦਿਨ ਸੀ। ਮੀਂਹ ਕਦੇ ਪੈਣ ਲੱਗਦਾ, ਕਦੇ ਹਟ ਜਾਂਦਾ। ਗਰਮੀ ਘਟ ਗਈ ਸੀ। ਮੌਸਮ ਸੁਹਾਵਣਾ ਹੋ ਗਿਆ ਸੀ। ਅੱਜ ਛੁੱਟੀ ਦਾ ਦਿਨ ਸੀ। ਮਾਂ ਨੇ ਖੀਰ ਪੂੜੇ ਬਣਾਏ। ਪਤੀ ਅਤੇ ਪੁੱਤਰ ਨੂੰ ਆ ਕੇ ਖਾਣ ਲੈਣ ਲਈ ਆਵਾਜ਼ਾਂ ਦੇਣ ਲੱਗੀ। ਤੇਰੀ ਮਾਂ ਨੂੰ ਪਕਾਣ ਖਾਣ ਤੋਂ ਬਿਨਾਂ ਦੂਜਾ ਕੋਈ ਕੰਮ ਹੀ ਨਹੀਂ, ਪਾਪਾ ਨੇ ਰਿਸ਼ੀ ਵੱਲ ਤੱਕ ਕੇ ਹੱਸ ਕੇ ਆਖਿਆ। ਅੰਨ ਵਿੱਚ ਹੀ ਪ੍ਰਾਣ ਨੇ। ਸਿਆਣਿਆਂ ਨੇ ਆਖਿਆ ਹੈ, ਜਿਹੋ ਜਿਹਾ ਅੰਨ ਉਹੋ ਜਿਹਾ ਮਨ। ਜੇ ਖਾਣਾ ਪੀਣਾ ਜ਼ਰੂਰੀ ਨਾ ਹੁੰਦਾ ਤਾਂ ਰੱਬ ਬੰਦੇ ਤੇ ਢਿੱਡ ਹੀ ਕਾਹਤੋਂ ਲਾਉਂਦਾ। ਮਾਂ ਨੇ ਕਿਹਾ, ਪਾਪਾ ਮੰਮੀ ਨੇ ਐਨੇ ਵਧੀਆ ਖੀਰ ਪੂੜੇ ਬਣਾਏ ਨੇ, ਕ੍ਰਿਟਿਸਿਜ਼ਮ ਨਾ ਕਰੋ। ਰਿਸ਼ੀ ਪੂੜੇ ਦੀ ਬੁਰਕੀ ਤੋੜਦਾ ਬੋਲਿਆ। ਉਹ ਇਹਨਾਂ ਨੇ ਤਾਂ ਮੇਰੀ ਹਰੇਕ ਗੱਲ ਦੇ ਉਲਟ ਬੋਲਣਾ ਹੀ ਹੋਇਆ। ਮਾਂ ਨੇ ਪੂੜਾ ਪਾਪਾ ਦੀ ਪਲੇਟ 'ਚ ਰੱਖਦਿਆਂ ਆਖਿਆ। ਰਿਸ਼ੀ, ਤੇਰੀ ਮਾਂ ਬੜੀ ਚੰਗੀ ਹੈ, ਕਿਉਂਕਿ ਤੇਰਾ ਵੀ ਧਿਆਨ ਰੱਖਦੀ ਹੈ ਤੇ ਮੇਰਾ ਵੀ ਧਿਆਨ ਰੱਖਦੀ ਹੈ। ਫਜ਼ੂਲ ਖਰਚ ਕੋਈ ਨਹੀਂ ਕਰਦੀ। ਨਾਲੇ ਦੇਖਦਾ ਨਹੀਂ, ਪਿੰਡੋਂ ਜਦੋਂ ਤੇਰੀ ਦਾਦੀ ਆਉਂਦੀ ਹੈ ਉਹਦੇ ਨਾਲ ਕਿੰਨੀ ਮਿੱਠੀ ਬਣ ਜਾਂਦੀ ਹੈ। ਪਾਪਾ ਆਖ ਰਹੇ ਸਨ। ਮੈਂ ਸਭ ਜਾਣਦੀ ਹਾਂ। ਪਹਿਲਾਂ ਜੋ ਮਰਜ਼ੀ ਆਖ ਦਿੰਦੇ ਹੋ, ਮਗਰੋਂ ਪੋਚੇ ਮਾਰ ਦਿੰਦੇ ਹੋ। ਮਾਂ ਹੱਸ ਕੇ ਬੋਲੀ। ਹਾਂ ਸੱਚ ਸੁਣੋ, ਦਫ਼ਤਰੋਂ ਆਉਂਦੇ ਹੋਏ ਆਪਣੇ ਨਾਈਟ ਸੂਟ ਦਾ ਕੱਪੜਾ ਫੜ ਲਿਆਉਣਾ, ਬਣਾ ਮੈਂ ਦੇਵਾਂਗੀ। ਮਾਂ ਨੂੰ ਕੁਝ ਯਾਦ ਆਇਆ। ਮੇਰੀ ਛੱਡੋ, ਰਿਸ਼ੀ ਦਾ ਫਿਕਰ ਕਰੋ। ਇਸ ਦੀ ਪੋਸਟਿੰਗ ਦੀ ਚਿੱਠੀ ਆਉਣ ਵਾਲੀ ਹੈ। ਨਾਲੇ ਦੇਖ ਲਓ, ਰਿਸ਼ੀ ਆਖਦਾ ਸੀ ਇਮਤਿਹਾਨ ਅਗਲੀ ਵਾਰ ਦਿਆਂਗਾ। ਐਤਕੀ ਤਿਆਰੀ ਚੰਗੀ ਨਹੀਂ, ਫਿਰ ਵੀ ਉਹ ਪਾਸ ਹੋ ਗਿਆ। ਇੰਟਰਵਿਊ 'ਚ ਲੰਘ ਗਿਆ। PCS ਵਿੱਚੋਂ ਪਾਸ ਹੋ ਜਾਣਾ ਕੋਈ ਛੋਟੀ ਗੱਲ ਨਹੀਂ। ਮੈਂ ਜਾਣਦਾ ਸੀ ਕਿ ਮੇਰਾ ਪੁੱਤਰ ਜੋ ਹੈ ਲਾਇਕ ਤਾਂ ਹੋਵੇਗਾ ਹੀ। ਪਾਪਾ ਨੇ ਪੂੜਾ ਖਾਂਦਿਆਂ ਕਿਹਾ। ਆਹੋ ਜੀ, ਜੇ ਚੰਗਾ ਤਾਂ ਆਖਣਗੇ ਪਿਓ ਦਾ ਪੁੱਤਰ ਹੈ, ਜੇ ਮਾੜਾ ਆ ਤਾਂ ਆਖਣਗੇ ਮਾਂ ਦਾ ਵਿਗਾੜਿਆ ਹੋਇਆ। ਮਾਂ ਨੇ ਕਿਹਾ। ਉਹ ਚਲੋ ਝਗੜਾ ਛੱਡੋ ਜੀ, ਮੈਂ ਤਾਂ ਤੁਹਾਡੇ ਦੋਵਾਂ ਦਾ ਪੁੱਤਰ ਹਾਂ। ਰਿਸ਼ੀ ਨੇ ਹੱਸ ਕੇ ਕਿਹਾ। ਕਿਤੇ ਪੋਸਟਿੰਗ ਬਹੁਤੀ ਦੂਰ ਦੀ ਤਾਂ ਨਹੀਂ ਹੋਊਗੀ? ਮਾਂ ਨੇ ਥੋੜੀ ਚਿੰਤਾਤੁਰ ਹੋ ਕੇ ਕਿਹਾ। ਲਓ ਜੀ, ਪਹਿਲਾਂ ਰਿਸ਼ੀ ਦੀ ਨੌਕਰੀ ਦੀ ਚਿੰਤਾ ਸੀ, ਹੁਣ ਦੂਰ ਨੇੜੇ ਦੀ ਪੋਸਟਿੰਗ ਦਾ ਖਿਆਲ ਆ ਗਿਆ। ਜਿੱਥੇ ਦੀ ਵੀ ਹੋਈ ਜਾਵੇ, ਜਾਣਾ ਤਾਂ ਪਊਗਾ ਹੀ, ਪਾਪਾ ਨੇ ਕਿਹਾ। ਬੜੇ ਸਵਾਦ ਸੀ ਖੀਰ ਪੂੜੇ। ਰਾਤ ਨੂੰ ਇੱਕ ਅੱਧਾ ਫੁਲਕਾ ਹੀ ਖਾਵਾਂਗਾ, ਪਾਪਾ ਨੇ ਕਿਹਾ। ਹਾਲੇ ਰਾਤ ਵੀ ਖਾਓਗੇ? ਮਾਂ ਨੇ ਮਜ਼ਾਕ ਕੀਤਾ। ਰਿਸ਼ੀ ਹੱਥ ਧੋ ਕੇ ਆਪਣੇ ਕਮਰੇ ਵੱਲ ਚਲਿਆ ਗਿਆ। ਮੁੰਡੇ ਤੇਰੇ ਨੂੰ ਵਧੀਆ ਨੌਕਰੀ ਮਿਲ ਰਹੀ ਹੈ, ਹੁਣ ਉਸ ਦੇ ਵਿਆਹ ਬਾਰੇ ਸੋਚ, ਪਾਪਾ ਨੇ ਕਿਹਾ। ਮੈਨੂੰ ਤਾਂ ਸਾਊ ਕੁੜੀ ਚਾਹੀਦੀ ਹੈ, ਮਾਂ ਨੇ ਕੁਰਸੀ 'ਤੇ ਬੈਠਦੇ ਹੋਏ ਕਿਹਾ। ਮੈਨੂੰ ਸਾਊ ਪਰਿਵਾਰ ਚਾਹੀਦਾ ਹੈ, ਪਾਪਾ ਨੇ ਕਿਹਾ। ਜਿਸ ਦੇ ਸੰਜੋਗ ਹੋਏ ਮਿਲ ਜਾਊਗੀ, ਮਾਂ ਨੇ ਕਿਹਾ। ਰਿਸ਼ੀ ਦੀ ਪੋਸਟਿੰਗ ਅੰਮ੍ਰਿਤਸਰ ਦੀ ਹੋਈ ਸੀ। ਸਰਕਾਰੀ ਕੋਠੀ ਅਜੇ ਖਾਲੀ ਨਹੀਂ ਸੀ। ਮਹਿਕਮੇ ਵਾਲਿਆਂ ਨੇ ਆਪ ਹੀ ਚੰਗੇ ਇਲਾਕੇ 'ਚ ਇੱਕ ਨਵਾਂ ਬਣਿਆ ਘਰ ਲੱਭ ਰੱਖਿਆ ਸੀ। ਮਾਂ ਤੇ ਪਾਪਾ ਆਪ ਉਸ ਨੂੰ ਛੱਡਣਗੇ। ਕੁਝ ਚੀਜ਼ਾਂ ਘਰੋਂ ਲੈ ਗਏ ਸਨ ਤੇ ਕੁਝ ਉੱਥੋਂ ਲੈ ਲਈਆਂ। 1-2 ਦਿਨ 'ਚ ਘਰ ਸੈੱਟ ਕਰਵਾ ਕੇ ਮਾਂ ਤੇ ਪਾਪਾ ਮੁੜ ਆਏ ਸਨ। ਛੋਟੂ ਦੇ ਪਿਓ ਨੂੰ 10 ਦਿਨਾਂ ਦੀ ਛੁੱਟੀ ਦਿਵਾ ਕੇ ਉਸ ਕੋਲ ਛੱਡ ਆਏ ਸਨ, ਤਾਂ ਜੋ ਉਸ ਦੇ ਚਪੜਾਸੀ ਨੂੰ ਉਸ ਦੇ ਖਾਣ ਪੀਣ ਬਾਰੇ ਸਮਝਾ ਦੇਵੇ। ਮਾਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਉਸ ਦਾ ਵਿਆਹ ਕਰ ਦਿੱਤਾ ਜਾਵੇ। ਕੋਈ ਘਰ ਸੰਭਾਲਣ ਲਈ ਵੀ ਤਾਂ ਚਾਹੀਦੀ ਹੈ। ਮਾਂ ਦੀ ਬਸ ਇੱਕੋ ਮੰਗ ਸੀ ਕਿ ਕੁੜੀ ਸਾਊ ਤੇ ਮੇਰੇ ਪੁੱਤਰ ਦਾ ਖਿਆਲ ਰੱਖਣ ਵਾਲੀ ਹੋਵੇ। ਪਾਪਾ ਸੋਚਦੇ ਸਨ ਕਿ ਚੰਗੇ ਖਾਨਦਾਨ, ਚੰਗੇ ਘਰ ਦੀ ਸੰਸਕਾਰਾਂ ਵਾਲੀ ਲੜਕੀ ਹੋਵੇ। ਰਿਸ਼ੀ ਭਾਵੇਂ ਆਖਦਾ ਸੀ, ਜਿਹੜੀ ਤੁਹਾਨੂੰ ਠੀਕ ਲੱਗਦੀ ਹੈ ਲੱਭ ਲਵੋ। ਵਿੱਚੋਂ ਉਸ ਦਾ ਮਨ ਸੀ ਕਿ ਕੁੜੀ ਸੋਹਣੀ ਜ਼ਰੂਰ ਹੋਵੇ। ਉਹਨਾਂ ਦੀ ਗੁਆਂਢਣ ਸੱਤਿਆ ਦੇਵੀ ਦੀ ਪਹਿਲਾਂ ਤੋਂ ਹੀ ਰਿਸ਼ੀ ਉੱਪਰ ਨਜ਼ਰ ਸੀ। ਹੁਣ ਮੌਕਾ ਦੇਖ ਕੇ ਉਸਨੇ ਆਪਣੀ ਭਤੀਜੀ ਲਈ ਵਿਆਹ ਦੀ ਗੱਲ ਤੋਰੀ। ਉਸਨੇ ਉਹਨਾਂ ਕੋਲ ਆਪਣੀ ਭਤੀਜੀ ਨੀਲਮ ਦੀ ਰੱਜ ਕੇ ਤਾਰੀਫ ਕੀਤੀ। ਮਾਂ ਨੇ ਉਹ ਵੇਖੀ ਹੋਈ ਸੀ। ਪਾਪਾ ਨੇ ਉਸ ਦੇ ਅੱਗੇ ਪਿੱਛੇ ਘਰ-ਬਾਰ ਦੀ ਪੜਤਾਲ ਕਰ ਲਈ। ਰਿਸ਼ੀ 15 ਦਿਨਾਂ ਮਗਰੋਂ 5-6 ਘੰਟੇ ਦਾ ਸਫ਼ਰ ਕਰਕੇ ਪਟਿਆਲੇ ਪਹੁੰਚਦਾ ਤੇ 5-6 ਘੰਟੇ ਦਾ ਸਫ਼ਰ ਕਰਕੇ ਵਾਪਸ ਜਾਂਦਾ। ਜਾਂਦੇ ਨੂੰ ਮਾਂ ਕਈ ਚੀਜ਼ਾਂ ਬਣਾ ਕੇ ਨਾਲ ਦਿੰਦੀ। ਕਈ ਹਦਾਇਤਾਂ ਕਰਦੀ ਹੋਈ ਖਾਸ ਕਰਕੇ ਖਾਣ ਪੀਣ ਦਾ ਪੂਰਾ ਖਿਆਲ ਰੱਖਣ ਲਈ ਆਖ ਦਿੰਦੀ। ਪਾਪਾ ਭਾਵੇਂ ਹੱਸ ਕੇ ਆਖਦੇ, ਭਲੀਏ ਲੋਕੇ, ਹੁਣ ਇਹ ਬੱਚਾ ਨਹੀਂ ਅਫਸਰ ਹੈ। ਮਾਂ ਅੱਗੋਂ ਉੱਤਰ ਦਿੰਦੀ, ਮੇਰੇ ਲਈ ਤਾਂ ਇਹ ਬੱਚਾ ਹੀ ਹੈ। ਇਸ ਵਾਰੀ ਰਿਸ਼ੀ 15 ਦਿਨਾਂ ਮਗਰੋਂ ਆ ਨਾ ਸਕਿਆ। ਉਸਨੇ ਮਾਂ ਨੂੰ ਚਿੱਠੀ ਲਿਖੀ। ਸਾਰੀ ਚਿੱਠੀ 'ਚ ਮੋਟੇ-ਮੋਟੇ ਅੱਖਰਾਂ 'ਚ ਸਿਰਫ ਇੰਨਾ ਹੀ ਲਿਖਿਆ ਸੀ, ਆਈ ਮਿਸ ਯੂ ਮਾਂ। ਚਿੱਠੀ ਮਾਂ ਨੇ ਕਿੰਨੀ ਹੀ ਵਾਰ ਪੜ੍ਹੀ ਸੀ ਤੇ ਉਹਦਾ ਮਨ ਕੀਤਾ ਸੀ ਕਿ ਉਹ ਉੱਡ ਕੇ ਰਿਸ਼ੀ ਕੋਲ ਪਹੁੰਚ ਜਾਏ। ਜਦ ਉਸ ਨੂੰ ਛੱਡ ਕੇ ਆਏ ਸਨ, ਸਭ ਤੋਂ ਪਹਿਲਾਂ ਦਰਬਾਰ ਸਾਹਿਬ ਉਸ ਦਾ ਮੱਥਾ ਟਿਕਾਉਣ ਲੈ ਕੇ ਗਏ ਸਨ। ਮਾਂ ਸੋਚਦੀ ਸੀ ਕਿ ਕਿੱਡੀ ਸ਼ਾਂਤੀ ਸੀ ਉੱਥੇ, ਜਿਵੇਂ ਕੋਈ ਹੋਰ ਹੀ ਦੁਨੀਆ ਹੋਵੇ। ਪਾਠ ਦੀ ਆਵਾਜ਼ ਜਿਵੇਂ ਅੰਬਰਾਂ ਤੋਂ ਆ ਰਹੀ ਹੋਵੇ ਜਾਂ ਫਿਰ ਸਰੋਵਰ 'ਚ ਨਾ ਆ ਕੇ ਆ ਰਹੀ ਹੋਵੇ। ਉਹ ਥਾਂ ਸੱਚਮੁੱਚ ਹੀ ਰੱਬ ਦਾ ਘਰ ਲੱਗਦਾ ਸੀ। ਮਨ ਹੀ ਮਨ ਉਹਨੇ ਦਰਬਾਰ ਸਾਹਿਬ ਨੂੰ ਚਿਤਪ ਕੇ ਹੱਥ ਜੋੜੇ, ਸਿਰ ਨਿਵਾਇਆ ਤੇ ਜਿਵੇਂ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਮੇਰੇ ਬੇਟੇ ਦੇ ਅੰਗ ਸੰਗ ਸਹਾਈ ਹੋਈ, ਕੋਈ ਚੰਗੀ ਲੜਕੀ ਮਿਲੇ, ਮੇਰਾ ਫਿਕਰ ਮਿਟੇ। ਅਗਲੇ ਹਫ਼ਤੇ ਐਤਵਾਰ ਉਹ ਘਰ ਆ ਗਿਆ। ਭਾਵੇਂ ਐਡੀ ਕੋਈ ਲੋੜ ਵੀ ਨਹੀਂ ਸੀ, ਉਸਨੇ ਇੱਕ ਛੁੱਟੀ ਵੀ ਲੈ ਲਈ।
ਮਾਂ ਨੇ ਗੁਆਂਢਣ ਨੂੰ ਆਖ ਦਿੱਤਾ ਕਿ ਭਲਕੇ ਉਹ ਆਪਣੀ ਭਤੀਜੀ ਤੇ ਉਹਦੇ ਘਰਦਿਆਂ ਨੂੰ ਬੁਲਾ ਲਵੇ। ਉਹ ਤਾਂ ਪਹਿਲਾਂ ਹੀ ਇਹ ਚਾਹੁੰਦੀ ਸੀ। ਉਸਨੇ ਵਾਲੇ ਸੁਨੇਹਾ ਭੇਜ ਕੇ ਆਪਣੇ ਭਰਾ ਭਰਜਾਈ ਤੇ ਨੀਲਮ ਨੂੰ ਸੱਦ ਲਿਆ। ਹੱਥ ਨੇ ਰਿਸ਼ੀ ਹੋਰਾਂ ਨੂੰ ਚਾਹ ਤੇ ਵੀ ਬੁਲਾ ਲਿਆ। ਬਸ ਕੁੜੀ ਹੀ ਦੇਖਣੀ ਸੀ, ਬਾਕੀ ਇਹਨਾਂ ਨੂੰ ਕਿਹੜਾ ਕਿਸੇ ਚੀਜ਼ ਦਾ ਲਾਲਚ ਜਾਂ ਮੰਗ ਸੀ। ਚਾਹ ਚੂ ਮੁਕਾ ਕੇ ਗੁਆਂਢਣ ਆਪਣੇ ਪਰਿਵਾਰ ਨੂੰ ਦੂਜੇ ਕਮਰੇ 'ਚ ਲੈ ਆਈ ਤਾਂ ਜੋ ਰਿਸ਼ੀ ਦੇ ਮਾਪਿਓ ਉਸ ਦੀ ਮਰਜ਼ੀ ਪੁੱਛ ਲੈਣ। 10-15 ਮਿੰਟਾਂ ਮਗਰੋਂ ਜਦੋਂ ਰਿਸ਼ੀ ਦੇ ਪਾਪਾ ਨੇ ਕਿਹਾ ਕਿ ਸਾਨੂੰ ਬੇਟੀ ਪਸੰਦ ਹੈ, ਬੇਟੀ ਸਾਡੀ ਹੋਈ। ਇਹ ਕਹਿਣ ਤੇ ਲੱਡੂਆਂ ਦਾ ਡੱਬਾ ਤੇ ਇੱਕ ਮੋਹਰ ਗੁਆਂਢਣ ਨੇ ਆਪਣੇ ਭਰਾ ਤੋਂ ਰਿਸ਼ੀ ਦੇ ਪੱਲੇ ਪਵਾ ਦਿੱਤੀ ਤੇ ਵਧਾਈਆਂ ਦਿੰਦੀ ਹੋਈ ਆਖਣ ਲੱਗੀ ਕਿ ਤਿਆਰੀ ਮੈਂ ਪਹਿਲਾਂ ਹੀ ਕਰ ਰੱਖੀ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਰੱਬ ਭਲੀ ਕਰੂਗਾ। ਇਉਂ ਉਹ ਖੁਸ਼ੀ-ਖੁਸ਼ੀ ਆਪਣੇ ਘਰ ਪਰਤੇ। ਘਰ ਪਹੁੰਚਣ ਸਾਰ ਮਾਂ ਨੇ ਫਿਰ ਵਿਆਹ ਦੀ ਚਰਚਾ ਛੇੜੀ। ਵਿਆਹ ਕਦੋਂ ਦਾ ਰੱਖੀਏ? ਮਾਂ ਨੇ ਪੁੱਛਿਆ। ਉਹ ਤੂੰ ਅਜੇ ਸਾਹ ਤਾਂ ਲੈ, ਬਾਹਰ ਵਾਲਿਆਂ ਨੂੰ ਵੀ ਪੁੱਛਣਾ ਹੈ ਬਾਈ, ਉਹ ਕਦੋਂ ਆ ਸਕਣਗੇ? ਕੁੜੀ ਵਾਲਿਆਂ ਨੂੰ ਵੀ ਤਿਆਰੀ ਲਈ ਸਮਾਂ ਚਾਹੀਦਾ ਹੋਊ। ਤੂੰ ਤੇ ਸੋਚਦੀ ਹੈ ਕਿ ਝਟਪਟ ਨੂੰਹ ਲੈ ਆਈਏ, ਪਾਪਾ ਬੋਲੇ। ਜਦ ਆਪਾਂ ਕੁੜੀ ਵਾਲਿਆਂ ਕੋਲੋਂ ਕੁਝ ਲੈਣਾ ਹੀ ਨਹੀਂ ਤਾਂ ਤਿਆਰੀ ਉਹਨਾਂ ਨੇ ਕਾਹਦੀ ਕਰਨੀ ਹੈ? ਬਾਕੀ ਬਾਹਰ ਵਾਲਿਆਂ ਵਿੱਚੋਂ ਮੁੰਡਾ ਭਾਵੇਂ ਨਾ ਆ ਸਕੇ, ਪਰ ਤੁਹਾਡੇ ਭਾਈ ਸਾਹਿਬ ਵਿਹਲੇ ਨੇ, ਜਦੋਂ ਮਰਜ਼ੀ ਆ ਜਾਣ, ਮਾਂ ਨੇ ਕਿਹਾ। ਉਹ ਤੂੰ ਉਸ ਤੋਂ ਤਾਂ ਪੁੱਛ ਲੈ ਜਿਹਦਾ ਵਿਆਹ ਕਰਨਾ ਹੈ, ਤੂੰ ਆਪ ਹੀ ਰੌਲਾ ਪਾਈ ਜਾਂਦੀ ਹੈ, ਪਾਪਾ ਬੋਲੇ। ਜਦੋਂ ਤੁਹਾਨੂੰ ਠੀਕ ਲੱਗੇ ਰੱਖ ਲੈਣਾ ਮੈਰਿਜ, ਬਸ ਥੋੜ੍ਹਾ ਜਿਹਾ ਪਹਿਲਾਂ ਦੱਸ ਦੇਣਾ ਤਾਂ ਜੋ ਛੁੱਟੀ ਦਾ ਪ੍ਰਬੰਧ ਹੋ ਸਕੇ, ਰਿਸ਼ੀ ਨੇ ਕਿਹਾ। ਚਲੋ ਦਸੰਬਰ ਦੀਆਂ ਛੁੱਟੀਆਂ 'ਚ ਕਰ ਲਾਂਗੇ, ਇਹ ਆਖ ਕੇ ਪਾਪਾ ਨੇ ਗੱਲ ਮੁਕਾਈ। ਦਸੰਬਰ 'ਚ ਰਿਸ਼ੀ ਦਾ ਨੀਲਮ ਨਾਲ ਵਿਆਹ ਹੋ ਗਿਆ। ਨੀਲਮ ਨੂੰ ਰਿਸ਼ੀ ਦੇ ਨਾਲ ਅੰਮ੍ਰਿਤਸਰ ਭੇਜਣ ਮਗਰੋਂ ਮਾਂ ਦੇ ਫਿਕਰ ਘਟੇ। ਕੁੜੀ ਸਾਊ ਤੇ ਸਮਝਦਾਰ ਲੱਗਦੀ ਸੀ, ਸੋਹਣੀ ਤਾਂ ਹੈ ਹੀ ਸੀ। ਇਹ ਸਾਡੀ ਨੂੰਹ ਵੀ ਹੈ ਤੇ ਧੀ ਵੀ ਹੈ, ਇਹਦਾ ਭਾਈ ਤੂੰ ਖਿਆਲ ਰੱਖੀ, ਮਾਂ ਨੇ ਜਾਣ ਵੇਲੇ ਰਿਸ਼ੀ ਨੂੰ ਆਖਿਆ ਸੀ। ਲੈ ਹੈ, ਇਹਨੇ ਮੇਰਾ ਖਿਆਲ ਰੱਖਣਾ ਕਿ ਮੈਂ ਇਹਦਾ ਰੱਖਣਾ? ਰਿਸ਼ੀ ਨੇ ਕਿਹਾ ਸੀ। ਪਾਪਾ ਨੇ ਕਿਹਾ ਸੀ ਕਿ ਤੁਸੀਂ ਇੱਕ ਦੂਜੇ ਦਾ ਖਿਆਲ ਰੱਖਿਓ, ਨੀਲਮ ਨੇ ਕਿਹਾ। ਹੁਣ ਰਿਸ਼ੀ 15 ਦਿਨਾਂ ਮਗਰੋਂ ਨਹੀਂ, ਨੀਲਮ ਨੂੰ ਨਾਲ ਲੈ ਕੇ ਮਹੀਨੇ ਡੇਢ ਮਹੀਨੇ ਮਗਰੋਂ ਆਉਂਦਾ। ਉਹ ਇੱਕ ਦਿਨ ਰਹਿ ਕੇ ਮੁੜ ਜਾਂਦੇ। ਇਸ ਵਾਰੀ ਰਿਸ਼ੀ ਇਕੱਲਾ ਆਇਆ। ਨੀਲਮ ਆਖਦੀ ਸੀ ਕਿ ਇੰਨੇ ਲੰਮੇ ਸਫ਼ਰ 'ਚ ਮੈਂ ਥੱਕ ਜਾਂਦੀ ਹਾਂ, ਨਾਲੇ ਉਸ ਦੀ ਮਾਂ ਮਿਲਣ ਆਈ ਹੋਈ ਸੀ। ਮਾਂ ਨੇ ਬੜੇ ਸਾਲਾਂ ਤੋਂ ਸੰਭਾਲ ਕੇ ਰੱਖਿਆ ਖੂਬਸੂਰਤ ਕਾਫੀ ਸੈੱਟ ਜੋ ਉਸ ਦੇ ਪਾਪਾ ਨੇ ਪੈਰਿਸ ਤੋਂ ਲਿਆ ਕੇ ਦਿੱਤਾ ਸੀ, ਰਿਸ਼ੀ ਨੂੰ ਦਿੱਤਾ। ਨੀਲਮ ਲਈ ਪਸ਼ਮੀਨੇ ਦਾ ਸ਼ਾਲ ਦਿੱਤਾ। ਰਿਸ਼ੀ ਨੂੰ ਕਿਹਾ ਕਿ ਨੀਲਮ ਨੂੰ ਆਖੀ ਘਰ ਰਿਸ਼ੀ ਇਕੱਲਾ ਨਾ ਆਵੇ, ਤੂੰ ਨਾਲ ਆਇਆ ਕਰ। ਪਰ ਇਸ ਤੋਂ ਅਗਲੀ ਵਾਰ ਵੀ ਰਿਸ਼ੀ ਇਕੱਲਾ ਹੀ ਘਰ ਆਇਆ ਸੀ। ਮਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਰਿਸ਼ੀ ਦਾ ਜਵਾਬ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ ਸੀ। ਜੇ ਉਹਦੀ ਤਬੀਅਤ ਠੀਕ ਨਹੀਂ ਸੀ ਫਿਰ ਤੂੰ ਨਹੀਂ ਸੀ ਆਉਣਾ, ਮਾਂ ਨੇ ਕਿਹਾ। ਉਸ ਦੀ ਰੋਜ਼ ਹੀ ਤਬੀਅਤ ਢਿੱਲੀ ਰਹਿੰਦੀ ਹੈ, ਕੀ ਕੋਈ ਖੁਸ਼ਖਬਰੀ ਹੈ ਰਾਜਾ ਬੇਟਾ? ਪਤਾ ਨਹੀਂ, ਮੇਰੇ ਨਾਲ ਚੱਲਣਾ, ਉਹਨੂੰ ਪੁੱਛ ਲੈਣਾ, ਰਿਸ਼ੀ ਨੇ ਕਿਹਾ। ਮਾਂ ਨੇ ਪਾਪਾ ਨੂੰ ਦੱਸਿਆ ਕਿ ਮੈਂ 2 ਦਿਨ ਲਈ ਰਿਸ਼ੀ ਨਾਲ ਚੱਲੀ ਹਾਂ। ਤੇ ਮੇਰਾ ਕੀ ਬਣੂਗਾ? ਪਾਪਾ ਨੇ ਪੁੱਛਿਆ। ਛੋਟੂ ਨੂੰ ਸਭ ਸਮਝਾ ਕੇ ਜਾਵਾਂਗੀ, ਕੋਈ ਖਾਸ ਚੀਜ਼ ਖਾਣੀ ਹੋਈ ਤਾਂ ਚਾਵਲਾ ਵਾਲਿਆਂ ਤੋਂ ਮੰਗਵਾ ਲਿਓ, ਮਾਂ ਨੇ ਕਿਹਾ। ਮਾਂ ਰਿਸ਼ੀ ਨਾਲ ਅੰਮ੍ਰਿਤਸਰ ਪਹੁੰਚ ਗਈ। ਨੀਲਮ ਨੇ ਘਰ ਸਲੀਕੇ ਨਾਲ ਰੱਖਿਆ ਹੋਇਆ ਸੀ। ਉਸਨੇ ਸੱਸ ਦੀ ਬੜੀ ਆਓ ਭਗਤ ਕੀਤੀ। ਅਸੀਂ ਤਾਂ ਸੋਚਿਆ ਸੀ ਕਿ ਗਰਮੀਆਂ 'ਚ ਕਸ਼ਮੀਰ ਘੁੰਮਣ ਜਾਵਾਂਗੇ, ਪਰ ਹੁਣ ਮੁਸ਼ਕਲ ਹੋ ਜਾਣਾ, ਰਿਸ਼ੀ ਨੇ ਮਾਂ ਕੋਲ ਬੈਠਦਿਆਂ ਕਿਹਾ। ਅਜੇ ਤੁਸੀਂ ਇਕੱਲੇ ਘੁੰਮ ਆਉਣਾ, ਨੀਲਮ ਨੇ ਕਿਹਾ। ਤੇਰੀ ਥਾਂ ਤੇ ਕੋਈ ਜਨਾਨੀ ਕਿਰਾਏ ਤੇ ਲੈ ਜਾਊਂਗਾ, ਉਹ ਸ਼ਰਾਰਤ ਨਾਲ ਬੋਲਿਆ। ਇਹ ਸੁਣ ਕੇ ਮਾਂ ਖਿੱਚ ਗਈ ਤੇ ਕਹਿਣ ਲੱਗੀ, ਰੱਬ ਦਾ ਸ਼ੁਕਰ ਮਨਾਓ ਕਿ ਤੁਹਾਡੇ ਘਰ ਪਿਆਰਾ ਛੋਟਾ ਮਹਿਮਾਨ ਆ ਰਿਹਾ। ਰੱਬ ਭਾਗਾਂ ਵਾਲਿਆਂ ਤੇ ਮਿਹਰ ਕਰਦਾ, ਨਹੀਂ ਤਾਂ ਤਰਸਦੇ ਮਰ ਜਾਂਦੇ ਨੇ ਲੋਕ ਇਹਨਾਂ ਚੀਜ਼ਾਂ ਲਈ। ਮਾਂ ਇਹ ਪੁਰਾਣੀਆਂ ਗੱਲਾਂ ਨੇ, ਹੁਣ ਤਾਂ ਹਿੰਦੁਸਤਾਨ ਦੀ ਜਨਤਾ ਇੰਨੀ ਵੱਧ ਗਈ ਹੈ ਕਿ ਰੱਬ ਕੋਲ ਉਲਟੀ ਬੇਨਤੀ ਕਰਨੀ ਚਾਹੀਦੀ ਹੈ, ਬਈ ਆਪਣੀ ਫੈਕਟਰੀ 10-20 ਸਾਲ ਲਈ ਬੰਦ ਕਰ ਦੇਵੇ, ਰਿਸ਼ੀ ਨੇ ਮਜ਼ਾਕ ਕੀਤਾ। ਲੰਡਰ ਫੰਡਰ ਲੋਕਾਂ ਦਾ ਵੀ ਕੋਈ ਜਿਉਣਾ ਹੁੰਦਾ, ਮਾਂ ਨੇ ਕਿਹਾ। ਮਾਂ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ, ਜਿਵੇਂ ਜ਼ਿਆਦਾਤਰ ਗਾਇਤਰੀ ਮੰਤਰ ਸੁਣਨਾ, ਜਪਜੀ ਸਾਹਿਬ ਦੀਆਂ 5 ਪੌੜੀਆਂ ਨੂੰ ਦੁਹਰਾਉਣਾ, ਭਗਤਾਂ ਦੀਆਂ ਜੀਵਨੀਆਂ ਪੜ੍ਹਨੀਆਂ, ਸਾਤਵਿਕ ਭੋਜਨ ਖਾਣਾ, ਹਰ ਕਿਸੇ ਦਾ ਭਲਾ ਸੋਚਣਾ, ਤੇ ਨਾਲ ਹੀ ਕਿਹਾ ਕਿ ਇਹ ਸਭ ਤੁਹਾਡੇ ਬੱਚੇ 'ਤੇ ਅਸਰ ਕਰੇਗਾ। ਹਦਾਇਤਾਂ ਕਰਕੇ ਮਾਂ ਵਾਪਸ ਆ ਗਈ। ਮਨ ਹੀ ਮਨ ਉਸ ਵੇਲੇ ਨੂੰ ਉਡੀਕਣ ਲੱਗੀ ਜਦੋਂ ਕੋਈ ਖੁਸ਼ਖਬਰੀ ਮਿਲੂਗੀ। ਇਸ ਵਾਰੀ ਘਰ ਛੁੱਟੀ ਆਏ ਰਿਸ਼ੀ ਨੂੰ 2 ਮਹੀਨੇ ਹੋ ਗਏ ਸਨ। ਕਦੇ ਕਦੇ ਮਾਂ ਨੂੰ ਉਸ 'ਤੇ ਗੁੱਸਾ ਆਉਂਦਾ। ਇੱਕ ਦਿਨ ਇਕੱਲੀ ਬੈਠੀ ਮਾਂ ਰੋਣ ਹੀ ਲੱਗ ਪਈ ਤੇ ਫਿਰ ਮਨ ਹੀ ਮਨ ਆਖਣ ਲੱਗੀ, ਮੈਂ ਇਸ ਲਈ ਨਹੀਂ ਰੋਂਦੀ ਕਿ ਤੂੰ ਆਇਆ ਨਹੀਂ, ਮੈਂ ਇਸ ਲਈ ਰੋਂਦੀ ਹਾਂ ਕਿ ਤੈਨੂੰ ਮੇਰੇ ਵਾਂਗ ਕਿਸੇ ਨੇ ਨਹੀਂ ਉਡੀਕਣਾ। ਅਜੇ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੇਗੀ, ਜਦ ਤੇਰੇ ਬੱਚੇ ਹੋਣਗੇ ਤਦ ਸਮਝ ਲੱਗੇਗੀ। ਉਸਨੇ ਉੱਠ ਕੇ ਮੋਤੀ ਨੂੰ ਦੁੱਧ ਪਾਇਆ। ਉਸ ਦੀ ਪਿੱਠ ਉੱਪਰ ਹੱਥ ਫੇਰਦੀ ਕਹਿਣ ਲੱਗੀ ਕਿ ਮੋਤੀ, ਰਿਸ਼ੀ ਆਪਾਂ ਨੂੰ ਯਾਦ ਹੀ ਨਹੀਂ ਕਰਦਾ। ਇੱਕ ਤਾਂ ਉਹਨੂੰ ਕੰਮ ਬੜੇ ਰਹਿਣ ਲੱਗ ਪਏ ਨੇ, ਦੂਜਾ ਬੋਟੀ ਨੂੰ ਵੀ ਇਕੱਲਾ ਨਹੀਂ ਛੱਡਿਆ ਜਾ ਸਕਦਾ। ਮੈਨੂੰ ਆਖ ਦਿੰਦਾ ਹੈ ਕਿ ਮਾਂ ਤੂੰ ਆ ਕੇ ਮਿਲ ਜਾ। ਮੈਨੂੰ ਉਦਾਸ ਦੇਖ ਕੇ ਉਸ ਦਾ ਪਾਪਾ ਸਗੋਂ ਮਖੌਲ ਕਰਦਾ ਹੈ ਕਿ ਨਿਆਣੇ ਬੱਚਿਆਂ ਵਾਂਗੂ ਉੱਧਰ ਜਾਂਦੀ ਹੈ।
ਜਦੋਂ मैं आखदी हाँ कि माँ दियां आंदरां नूं जिहड़ी खोह पैंदी है उस बारे दूजा बंदा नहीं जान सकदा, वो हੱਸਣ लग जाते ने। मोती भला ही कोई हੱਸਣ वाली गल है? अज मैं बदामां वाली खीर बनाई सी, रिशी ते पापा ने तो खीर खा ली, मेरे खीर दी बुरकी किहड़ा लंघी? रिशी जो याद आ गया। ठीक है मोती, इस बारी जदों रिशी आया आपां भी रुस के बह जांगे, आखांगे कि अहीं नहीं तेरे नाल बोलदे। ते इउं माँ कई बारी रिशी दीयां गल्लां मोती नाल करदी रहिंदी। माँ इस गल दी उड़ीक कर रही सी कि छिले होए रिशी उसनूं सद्देगा जां नीलम नूं उस कोल छड्ड जाएगा। पर एक दिन उसनूं सुनेहा मिलिया कि नीलम दा भरा उहनूं अंबाले लै गया सी। अज ही खबर आई तुसीं दादा दादी बन के हो, ना तुसीं जिहड़ा मर्जी रख लेना। उसदी माँ ने उसदा घर दा नां जुगनू रखिया है। ये जान के माँ गुस्से गिले सब भुल गई। 11वें दिन वो नीलम लई एक सूट ते साड़ी, जुगनू लई सोने दे कड़े, चांदी दे सगले, बच्चे लई कपड़े, दाई लई सूट, मेवियां वाली पंजीरी लैके उसदे पेके गई। मेरा निक्का रिशी आके बच्चे नूं चुक के माँ ने कालजे नाल ला लिया। छोटू नूं माँ आखन लगी, देख अपना छोटा रिशी तेनूं मिलण आ गया, इसनूं अपने घर कदों लैके जावांगे? छोटू ने पूछा। इनू थोड़ा जिहा वड्डा हो लैण दे, आपे दौड़ के आया करना, माँ ने कहा। नीलम अजे पेके सी। जदों रिशी की बदली पटियाले की हो गई तो माँ के पुंजे पैर किहड़ा लगदे सन। खुश होकर वह काली देवी के मंदिर मत्था टेकण गई, दुख निवारण गुरुद्वारे मत्था टेकण गई। घर नूं रंग रोगन करवा दिओ, रिशी के पापा नूं माँ ने कहा। उसका मैनूं सुनेहा आ गया कि सरकारी कोठी मिलूगी, जाके मैं देख आवां ते नाले चपड़ासी नूं कह आवां कि वह कोल खड़ के PWD वालियां तो सारे काम करवा लवे। पापा ने कहा। लै अपना घर किहड़ा माड़ा सी, सारी उम्र इत्थे ही रहा है। माँ बोली। वो ये तेरा घर है, हुण वो अफसरां वाली कोठी 'च रहेगा। ये घर है भी शहर 'च ते अफसरां दीयां कोठियां बार बार चंगियां खुल्लियां ते नाल बगीचियां वालियां ने। पापा ने जद दस्सिया माँ चुप कर गई। महीने के अंदर अंदर ही कोठी तैयार हो गई तो रिशी उत्थे आ भी गया। जाके वो नीलम नूं नाल लियाया। माँ का ख्याल सी कि रिशी सब तो पहला उन्होंने अपनी कोठी दिखाण लैके जाएगा, पर नीलम ने उन्होंने ओपरियां वांग ऐतवार नूं खाने ते सद्दिया सी। फिर भी ऐतवार नूं जदों माँ प्यो रिशी की कोठी गए तो उन्होंने बड़ा चंगा लग्या। बाहर एक पहरेदार सी, अंदरों नीलम ने सारा घर सलीके नाल सजाया होया सी। वो फल फ्रूटां की टोकरी, लड्डुआं का डब्बा ते माँ लक्ष्मी की वड्डी सारी वाइट मैटल की बनी हुई मूर्ति लैके आए। नीलम ने बस इन्ना ही कहा कि इन्नियां चीज़ां की लोड़ सी। माँ नूं अजीब लग्या कि इक्को शहर 'च वो किसी होर घर 'च रहणगे, पर पापा ने कहा कि भलीए लोके समझदारी इस 'च है कि बच्चों नूं उन्हां दी मर्जी ते छड्ड दित्ता जावे। अजकल दीयां कुड़ियां इंडिपेंडेंट घर मंगदियां ने, मगरों लड़ाई झगड़ा अड्ड होण दी थां चंगा है सुलह सफाई नाल फैसले मान ले जाण, नाले जदों चित कीता मिल जावीं। हुण तेरा मुंडा वड्डा अफसर है, उहनूं मिलन गिलन वड्डे लोकां ने आउणा होया। अपना मकान अपने लिए तो ठीक सी, पर उसकी शान मुताबिक ठीक नहीं है। कई दिन हो गए सन रिशी नूं पटियाले आए हुए। माँ नूं मिलन दी उहदे कोल बेल ही नहीं सी। हार के एक दिन रिक्शा लैके माँ आप उन्हां दी कोठी मिलन चली गई। माता जी किस नूं मिलना? माँ नूं पहरेदार ने रोक के पुछया। मैं रिशी दी माँ हाँ, अपने पुत्त पोते नूं देखण आई हाँ। पहरेदार पिछे हट गया। उन्हें अगाह कोठी के बंद बूहे वाल इशारा किया। उन्हें दरवाजा खड़काया। पहरेदार ने उसनूं कहा कि बैल कर दिओ। कुछ पल रुक के बूहा खुलिया। जुगनू दी आया ने आख्या, आ जाओ माता जी, अंदर आ जाओ, बीबी जी तो नहा रही है। वो उसनूं ड्राइंग रूम 'च बिठा गई। वो उच्चियां उच्चियां छत्तां वाले हाल विच लगे सोफियां ते परदियां नूं देखदी रही, फिर आपे उठ के अंदर वल गई। जुगनू सुत्ता पिया सी। आया कोल बैठी सी। माँ भी उहदे कोल बैठ गई। ये इन्ना पीला जिहा क्यों पिया? पोते वाल हाथ करके माँ ने पूछा। बीबी जी ने अपना दूध पिलाना बंद कर दिया है, डब्बे वाला दूध अभी बच्चे को सुखाता नहीं, पेट दर्द हो जाता है, आया ने जवाब दिता। ये सुन के माँ के मत्थे ते त्यूड़ी पै गई। वो सोचन लगी कि अजकल दियां बेवकूफ़ां नूं ये नहीं पता कि माँ के दुध तो चंगी कोई होर चीज़ है ही नहीं। एने नूं नीलम ने आके माँ के पैरी हथ लाए। फ्रिज चों माता जी नूं जूस लिया के दे। नीलम ने आया नूं आख्या। जूस नूं मैं कि ओपरी हाँ, जिहड़ा कुछ जी करेगा लै लवांगी, हाले कासे की लोड़ नहीं, माँ ने कहा। ये सुन के आया चुपचाप बैठी रही। जे पेट खराब हो जाता है इनू जन्म घुट्टी दिंदे रहना सी जां हिंग पट्टी घोल के पिला दिया कर। हुणे तो पेट खराब नहीं रहना चाहिए, अपना दुध पिया कर, माँ ने कहा। ऊँ तो दे दिंदी हुंदी आ, जे किते फंक्शन ते जाना पैंदा हुंदा तां फिर बच्चे नूं समय ते दुध पिलाना औखा हुंदा, नीलम ने जवाब दिता। मैनूं पढ़ियां लिखियां वाले चोचले पसंद नहीं, नाले बच्चे नाल वड्डी किहड़ी पार्टी हुंदी है। रब ने तुहाडी जड़ हरी कीती है, इनू संभालो।
ਨੀਲਮ ਨੂੰ ਮਾਂ ਦੀਆਂ ਇਹ ਗੱਲਾਂ ਫਜ਼ੂਲ ਲੱਗਦੀਆਂ ਸਨ। ਉਹ ਉੱਠ ਕੇ ਸੇਬ ਤੇ ਕੇਲੇ ਇੱਕ ਪਲੇਟ 'ਚ ਰੱਖ ਕੇ ਲੈ ਆਈ। ਨਹੀਂ ਬਹੂ, ਅਜੇ ਤਾਂ ਮੈਂ ਕੁਝ ਨਹੀਂ ਖਾਣਾ। ਇਸ ਉਮਰ ਰੋਟੀ ਮਸਾਂ ਹਜਮ ਹੁੰਦੀ ਹੈ। ਹੋਰ ਸੁਣਾ, ਪੇਕੇ ਸਭ ਠੀਕ ਠਾਕ ਨੇ? ਹਾਂਜੀ, ਨੀਲਮ ਨੇ ਜਵਾਬ ਦਿੱਤਾ। ਤੇਰੇ ਭਰਾ ਦੇ ਫਿਰ ਧੀ ਹੋ ਗਈ, ਮਾਂ ਨੇ ਹਮਦਰਦੀ ਨਾਲ ਕਿਹਾ। ਅੱਜ ਕੱਲ੍ਹ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਸਮਝਿਆ ਜਾਂਦਾ। ਧੀਆਂ ਮਾਪਿਆਂ ਦਾ ਵੱਧ ਕਰਦੀਆਂ ਨੇ, ਨੀਲਮ ਨੇ ਕਿਹਾ। ਇਹ ਸਭ ਕਹਿਣ ਦੀਆਂ ਗੱਲਾਂ ਨੇ। ਕੁੜੀ ਨੇ ਵਿਆਹ ਕਰਕੇ ਅਗਲਿਆਂ ਨੂੰ ਖੁਸ਼ ਰੱਖਣਾ ਹੁੰਦਾ। ਆਪਣੇ ਪੇਕਿਆਂ ਦੀ ਖਬਰਸਾਰ ਲੈਣ ਦੀ ਵਿਹਲ ਹੀ ਕਿੱਥੇ ਹੁੰਦੀ ਹੈ ਉਹਦੇ ਕੋਲ। ਮਾਂ ਬੋਲੀ। ਨਹੀਂ ਮਾਂ ਜੀ, ਅੱਜ ਕੱਲ੍ਹ ਤੁਸੀਂ ਦੇਖਦੇ ਤਾਂ ਪਏ ਹੋ ਕਿ 5 ਵਿੱਚੋਂ 4 ਘਰਾਂ 'ਚ ਮੁੰਡੇ ਦੀ ਮਾਂ ਦੀ ਥਾਂ ਕੁੜੀ ਦੀ ਮਾਂ ਉਹਨਾਂ ਕੋਲ ਆਈ ਹੁੰਦੀ ਹੈ। ਨਹੀਂ ਸਾਊ, ਘਰ ਘਰਾਣੇ ਦੀਆਂ ਕੁੜੀਆਂ ਇਉਂ ਨਹੀਂ ਕਰਦੀਆਂ। ਉਹ ਉਹਨਾਂ ਨੂੰ ਬਣਦਾ ਸਮਾਨ ਸਤਿਕਾਰ ਦਿੰਦੀਆਂ ਨੇ। ਫਿਰ ਤਾਂ ਸੱਸ ਨੂੰ ਵੀ ਨੂੰਹ ਦੀ ਥਾਂ ਉਹ ਧੀ ਲੱਗਣ ਲੱਗ ਜਾਂਦੀ ਹੈ। ਇਹ ਸੁਣ ਕੇ ਨੀਲਮ ਨੂੰ ਲੱਗਿਆ ਕਿ ਬੁੜੀ ਨਾਲ ਮਗਜ਼ ਕੌਣ ਮਾਰੇ। ਉਹ ਚੁੱਪ ਕਰ ਗਈ। ਕੁਝ ਚਿਰ ਉੱਥੇ ਬੈਠ ਕੇ ਨੀਲਮ ਘਰ ਦੇ ਨਿੱਕੇ ਮੋਟੇ ਕੰਮ ਕਰਨ 'ਚ ਜੁਟ ਗਈ। ਆਥਣ ਹੋ ਚੱਲਿਆ ਸੀ। ਮਾਂ ਨੇ ਕੁਝ ਚਿਰ ਜੁਗਨੂ ਨੂੰ ਖਿਡਾਇਆ, ਫਿਰ ਨੀਲਮ ਨਾਲ ਚਾਹ ਦਾ ਕੱਪ ਪੀਤਾ। ਫਿਰ ਕਮਰੇ 'ਚ ਲੱਗੀ ਘੜੀ ਵੱਲ ਦੇਖ ਕੇ ਆਖਣ ਲੱਗੀ, ਰਿਸ਼ੀ ਤਾਂ ਅਜੇ ਤੱਕ ਨਹੀਂ ਆਇਆ। ਜਾ ਕੇ ਉਸਦੇ ਪਾਪਾ ਦਾ ਖਾਣਾ ਵੀ ਬਣਾਉਣਾ ਹੈ। ਮੈਂ ਚਲਦੀ ਹਾਂ। ਰਿਸ਼ੀ ਨੂੰ ਆਖੀ ਜਾਂਦਾ ਹੁੰਦਾ ਮਿਲ ਜਾਇਆ ਕਰੇ ਮੈਨੂੰ। ਤੁਸੀਂ ਹੋਰ ਸਮਾਂ ਰੁਕੋ, ਡਰਾਈਵਰ ਤੁਹਾਨੂੰ ਛੱਡ ਆਊਗਾ, ਨੀਲਮ ਨੇ ਕਿਹਾ। ਔਰ ਰਿਕਸ਼ਾ ਲੈ ਲਵਾਂਗੀ, ਮਾਂ ਨੇ ਕਿਹਾ। ਮੈਂ ਪਹਿਰੇਦਾਰ ਨੂੰ ਕਿਹਾ ਕਿ ਰਿਕਸ਼ਾ ਇੱਥੇ ਮੰਗਵਾ ਲੈਂਦੀ ਹਾਂ। ਨਹੀਂ, ਮੈਂ ਸੜਕ ਤੋਂ ਰਿਕਸ਼ਾ ਲੈ ਲਵਾਂਗੀ, ਆਖ ਕੇ ਮਾਂ ਬਾਹਰ ਵੱਲ ਨੂੰ ਤੁਰ ਪਈ। ਘਰ ਪਹੁੰਚ ਕੇ ਉਹਨੇ ਪਾਪਾ ਨੂੰ ਕਿਹਾ, ਰਿਸ਼ੀ ਤਾਂ ਹੁਣ ਸੱਚਮੁੱਚ ਹੀ ਵੱਡਾ ਅਫਸਰ ਬਣ ਗਿਆ। ਇੰਨੀ ਦੇਰ ਦਫ਼ਤਰ ਹੀ ਬੈਠਾ ਰਹਿੰਦਾ। ਪਾਪਾ ਚੁੱਪ ਹੀ ਰਹੇ। ਇਉਂ ਹੀ ਦਿਨ ਲੰਘ ਰਹੇ ਸਨ। ਰਿਸ਼ੀ ਉਹਨਾਂ ਵੱਲ ਨਹੀਂ ਸੀ ਆ ਸਕਿਆ। ਇੱਕ ਦਿਨ ਰਿਸ਼ੀ ਨੇ ਦਫ਼ਤਰੋਂ ਆ ਕੇ ਕੱਪੜੇ ਬਦਲ ਕੇ ਚਾਹ ਪੀਂਦਿਆਂ ਨੀਲਮ ਨੂੰ ਕਿਹਾ, ਅੱਜ ਆਪਾਂ ਮਾਂ ਵੱਲ ਜਾਂਦੇ ਹਾਂ, ਫੇਰ ਕਿਸੇ ਦਿਨ ਜਾ ਆਵਾਂਗੇ। ਅੱਜ ਮੇਰੀ ਕਿਸੇ ਸਹੇਲੀ ਨੇ ਆਉਣਾ ਹੈ। ਉਹਦਾ ਖਿਆਲ ਹੈ ਕਿ ਪਟਿਆਲੇ 'ਚ ਬਹੁਤ ਲੇਡੀਜ਼ ਕਮੀਜ਼ ਸਲਵਾਰਾਂ ਹੀ ਪਾਉਂਦੀਆਂ ਨੇ। ਇੱਥੇ ਸੂਟਾਂ ਦੇ ਕੱਪੜੇ ਵਧੀਆ ਮਿਲਦੇ ਨੇ, ਇਸ ਲਈ ਉਹ ਸੂਟ ਲੈਣ ਆ ਰਹੀ ਹੈ। ਪਤਾ ਨਹੀਂ ਕੀ ਗੱਲ ਹੈ, ਬਹੁਤੀਆਂ ਜਨਾਨੀਆਂ ਨੂੰ ਕੱਪੜਿਆਂ ਗਹਿਣਿਆਂ ਤੋਂ ਅਗਾਂਹ ਕੁਝ ਸੁਝਦਾ ਹੀ ਨਹੀਂ, ਰਿਸ਼ੀ ਨੇ ਕਿਹਾ। ਕੀ ਮਾੜਾ ਹੈ ਜੇ ਕੋਈ ਜਨਾਨੀ ਗਹਿਣਿਆਂ ਕੱਪੜਿਆਂ ਨਾਲ ਜੀ ਪਰਚਾ ਲੈਂਦੀ ਹੈ। ਆਦਮੀਆਂ ਵਾਂਗ ਉਹ ਨਸ਼ੇ ਵੱਲ ਤਾਂ ਨਹੀਂ ਭੱਜਦੀਆਂ। ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ਲੈਂਦਾ, ਨੀਲਮ ਨੇ ਜਵਾਬ ਦਿੱਤਾ। ਇਹ ਸਭ ਦੀਆਂ ਜ਼ਿੰਮੇਵਾਰ ਉਹਨਾਂ ਦੀਆਂ ਔਰਤਾਂ ਹੀ ਹੁੰਦੀਆਂ ਨੇ, ਰਿਸ਼ੀ ਨੇ ਜਵਾਬ ਦਿੱਤਾ। ਕਿੰਨਾ ਸੌਖਾ ਹੈ ਹਰੇਕ ਮਰਜ਼ ਦਾ ਕਾਰਨ ਔਰਤ ਨੂੰ ਦੱਸ ਕੇ ਆਪ ਬਰੀ ਹੋ ਜਾਣਾ, ਨੀਲਮ ਨੇ ਕਿਹਾ। ਬਾਹਰ ਬੈਲ ਹੋਈ ਹੈ, ਇਸ ਡਿਸਕਸ਼ਨ ਨੂੰ ਇੱਥੇ ਵਿਰਾਮ ਦਿੰਦੇ ਹਾਂ। ਕਿਸੇ ਵਿਹਲੇ ਸਮੇਂ ਇੱਥੋਂ ਹੀ ਸਟਾਰਟ ਕਰ ਲਵਾਂਗੇ, ਰਿਸ਼ੀ ਨੇ ਕਿਹਾ। ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਰੇਖਾ ਅਤੇ ਉਸਦਾ ਪਤੀ ਅੰਦਰ ਲੰਘ ਆਏ। ਨੀਲਮ ਨੇ ਰਿਸ਼ੀ ਨਾਲ ਉਹਨਾਂ ਦੀ ਇੰਟਰੋਡਕਸ਼ਨ ਕਰਾਈ। ਹੱਸਦੇ ਮੁਸਕਰਾਉਂਦੇ ਉਹ ਖਾਣੇ ਵਾਲੇ ਮੇਜ਼ ਦੇ ਦੁਆਲੇ ਬੈਠ ਗਏ। ਨੌਕਰ ਕੌਫੀ ਲੈਣ ਚਲਾ ਗਿਆ। ਨੀਲਮ ਨੇ ਡਰਾਈ ਫਰੂਟ ਦਾ ਡੱਬਾ ਖੋਲ੍ਹ ਕੇ ਉਹਨਾਂ ਅੱਗੇ ਪੇਸ਼ ਕੀਤਾ। ਬੜੀ ਰਾਤ ਗਈ ਤੱਕ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਤੂੰ ਜੁਗਨੂ ਨੂੰ ਕੀ ਬਣਾਏਂਗੀ, ਰੇਖਾ ਨੇ ਨੀਲਮ ਨੂੰ ਪੁੱਛਿਆ। ਨੀਲਮ ਉਹਦੇ ਸਵਾਲ ਤੇ ਹੈਰਾਨ ਹੋਈ। ਰੇਖਾ ਨੇ ਟੈਸਟ ਕਰਾ ਕੇ ਦੇਖ ਲਿਆ ਹੈ ਤੇ ਉਹ ਆਪਣੀ ਹੋਣ ਵਾਲੀ ਬੇਟੀ ਦਾ ਤੁਹਾਡੇ ਜੁਗਨੂ ਨੂੰ ਰਿਸ਼ਤਾ ਕਰਨਾ ਚਾਹੁੰਦੀ ਹੈ, ਇਸ ਲਈ ਪੁੱਛਦੀ ਹੈ। ਰੇਖਾ ਦੇ ਘਰ ਵਾਲੇ ਨੇ ਮਜ਼ਾਕ ਕੀਤਾ। ਉਹ ਮੈਂ ਤਾਂ ਆਪਣੇ ਬੇਟੇ ਨੂੰ IAS ਬਣਾਉਂਗੀ, ਨੀਲਮ ਨੇ ਜਵਾਬ ਦਿੱਤਾ। ਆਹੋ, ਪੁੱਤਰ ਰਾਹੀਂ ਤਾਂ ਪਤੀ ਤੇ ਰੋਹ ਪਾਈਦਾ, ਰਿਸ਼ੀ ਬੋਲਿਆ। ਮੈਂ ਤਾਂ ਆਪਣੀ ਬੇਟੀ ਨੂੰ ਪੈਰਿਸ ਪੜ੍ਹਨ ਭੇਜਾਂਗੀ, ਰੇਖਾ ਨੇ ਕਿਹਾ। ਆਹੋ, ਜਿਹੜੇ ਸ਼ੌਕ ਆਪ ਨਹੀਂ ਪੂਰੇ ਕਰ ਸਕੀ ਉਹ ਧੀ ਰਾਹੀਂ ਪੂਰੇ ਹੋਣਗੇ, ਰੇਖਾ ਦਾ ਘਰ ਵਾਲਾ ਬੋਲਿਆ। ਇਹ ਵੀ ਬਾਈ ਕਮਾਲ ਦੀ ਗੱਲ ਹੈ ਕਿ ਬੱਚੇ ਮਾਪਿਆਂ ਰਾਹੀਂ ਜੀਉਣਾ ਸ਼ੁਰੂ ਕਰ ਦਿੰਦੇ ਨੇ ਤੇ ਬੱਚਿਆਂ ਨੂੰ ਆਖਦੇ ਨੇ ਹੋਸਟਲਾਂ 'ਚ ਜੀਓ ਜਿਵੇਂ ਅਸੀਂ ਚਾਹੁੰਦੇ ਹਾਂ, ਰਿਸ਼ੀ ਨੇ ਕਿਹਾ। ਹੁਣ ਸਾਡੇ ਮਾਂ ਜੀ ਚਾਹੁੰਦੇ ਨੇ ਕਿ ਨਿੱਕੇ ਬੱਚੇ ਵਾਂਗ ਰਿਸ਼ੀ ਮੇਰੀ ਉਂਗਲ ਫੜ ਕੇ ਤੁਰੀ ਜਾਵੇ, ਨੀਲਮ ਨੇ ਕਿਹਾ। ਬਈ ਮਾਵਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਹੁੰਦੀਆਂ ਨੇ, ਰਿਸ਼ੀ ਨੇ ਕਿਹਾ। ਹਾਂ, ਇੰਨਾ ਜ਼ਿਆਦਾ ਕਿ ਅਗਲੇ ਦਾ ਭਾਵੇਂ ਸਾਹ ਘੁੱਟ ਜਾਵੇ, ਨੀਲਮ ਬੋਲੀ। ਗੱਲਾਂ ਬਾਤਾਂ ਕਰਦਿਆਂ ਰਿਸ਼ੀ ਦਾ ਧਿਆਨ ਮਾਂ ਵੱਲ ਚਲਿਆ ਗਿਆ ਤੇ ਸੋਚਿਆ ਕਿ ਕੱਲ੍ਹ ਮਾਂ ਨੂੰ ਜ਼ਰੂਰ ਮਿਲਣ ਜਾਵਾਂਗਾ। ਅਗਲੇ ਦਿਨ ਨੀਲਮ ਤੇ ਰੇਖਾ ਸ਼ਾਪਿੰਗ ਲਈ ਚਲੀਆਂ ਗਈਆਂ। ਅੱਧੇ ਦਿਨ ਲਈ ਨੀਲਮ ਜੁਗਨੂ ਦੀ ਜ਼ਿੰਮੇਵਾਰੀ ਰਿਸ਼ੀ ਨੂੰ ਦੇ ਗਈ। ਦੁਪਹਿਰ ਤੱਕ ਉਹ ਦੋਵੇਂ ਜਣੇ ਘਰੇ ਬੈਠੇ ਗੱਪਾਂ ਮਾਰਦੇ ਰਹੇ। ਸੌਰੀ, ਲੇਟ ਹੋ ਗਏ, 3 ਵਜੇ ਘਰ ਆਉਂਦੇ ਰੇਖਾ ਨੇ ਆਖਿਆ। ਛੇਤੀ ਛੇਤੀ ਖਾਣਾ ਖਾਓ, ਆਪਾਂ ਚੱਲਣਾ, ਰੇਖਾ ਦਾ ਘਰ ਵਾਲਾ ਬੋਲਿਆ। ਖਾਣਾ ਖਾ ਕੇ ਉਹ ਦੋਵੇਂ ਚਲੇ ਗਏ। ਨੀਲਮ ਨੇ ਬੱਚੇ ਦਾ ਧਿਆਨ ਕੀਤਾ ਤੇ ਰਿਸ਼ੀ ਘੜੀ ਦੇਖ ਕੇ ਦਫ਼ਤਰ ਚਲਾ ਗਿਆ ਜ਼ਰੂਰੀ ਫਾਈਲਾਂ ਕੱਢਣ ਲਈ। ਇਸ ਦੌਰਾਨ ਉਸਦੇ ਪਾਪਾ ਦਫ਼ਤਰ ਆਏ ਸਨ ਕਿਸੇ ਦਾ ਨਿੱਕਾ ਜਿਹਾ ਕੰਮ ਕਰਾਉਣ। ਉਹਨਾਂ ਨੇ ਉਸ ਨੂੰ ਦੱਸਿਆ ਕਿ ਤੇਰੀ ਮਾਂ ਯਾਦ ਕਰਦੀ ਪਈ ਸੀ। ਪਾਪਾ ਨੇ ਜਦੋਂ ਆਖਿਆ ਤਾਂ ਰਿਸ਼ੀ ਨੂੰ ਲੱਗਿਆ ਕਿ ਉਹ ਕੱਲ੍ਹ ਜ਼ਰੂਰ ਮਾਂ ਨੂੰ ਮਿਲਣ ਜਾਏਗਾ। ਅਗਲੇ ਦਿਨ ਦਫ਼ਤਰੋਂ ਆ ਕੇ ਰਿਸ਼ੀ ਨੇ ਨੀਲਮ ਨੂੰ ਕਿਹਾ ਕਿ ਅੱਜ ਮਾਂ ਵੱਲ ਜਾਣਾ ਹੈ, ਤੂੰ ਚੱਲੇਂਗੀ? ਤੁਸੀਂ ਹਮੇਸ਼ਾ ਭੁੱਲ ਜਾਂਦੇ ਹੋ। ਅੱਜ ਸ਼ਾਮੀ ਆਪਾਂ ਜੁਗਨੂ ਲਈ ਡਾਕਟਰ ਦੀ ਅਪਾਇੰਟਮੈਂਟ ਲਈ ਹੋਈ ਹੈ। ਟੀਕੇ ਦਾ ਟਾਈਮ ਹੋ ਗਿਆ, ਡਾਈਟ ਬਾਰੇ ਵੀ ਪੁੱਛਣਾ ਹੈ, ਨੀਲਮ ਨੇ ਯਾਦ ਕਰਾਇਆ। ਰਿਸ਼ੀ ਨੇ ਕੋਈ ਉੱਤਰ ਨਾ ਦਿੱਤਾ। ਉਹ ਸ਼ਾਮ ਜੁਗਨੂ ਨੂੰ ਲੈ ਕੇ ਉਹ ਬੱਚਿਆਂ ਦੇ ਡਾਕਟਰ ਕੋਲ ਚਲੇ ਗਏ। ਟੀਕਾ ਲਗਵਾਇਆ, ਭਾਰ ਚੈੱਕ ਕੀਤਾ। ਡਾਕਟਰ ਨੇ ਡਾਈਟ ਬਾਰੇ ਦੱਸਿਆ ਤੇ ਟੌਨਿਕ ਬਦਲ ਦਿੱਤੀ। ਆਉਂਦੇ ਹੋਏ ਉਹ ਬਾਜ਼ਾਰ ਵਿੱਚ ਦੀ ਹੋ ਕੇ ਆਏ।
ਰਾਹ ਵਿੱਚ ਉਹਨਾਂ ਨੇ ਜੁਗਨੂ ਲਈ ਕੱਪੜੇ ਤੇ ਖਿਡੌਣੇ ਵੀ ਖਰੀਦੇ। ਸਬੱਬ ਨਾਲ ਉਹਨਾਂ ਨੂੰ ਬਾਜ਼ਾਰ 'ਚ ਉਹਨਾਂ ਦੇ ਪਾਪਾ ਮਿਲ ਗਏ। ਉਹਨਾਂ ਨੇ ਰਿਸ਼ੀ ਨੂੰ ਦੱਸਿਆ ਕਿ 2 ਦਿਨ ਹੋਏ ਤੇਰੀ ਮਾਂ ਨੂੰ ਥੋੜ੍ਹੀ ਜਿਹੀ ਭੱਖ ਜਿਹੀ ਹੋ ਜਾਂਦੀ ਹੈ। ਫਿਕਰ ਵਾਲੀ ਕੋਈ ਗੱਲ ਨਹੀਂ, ਡਾਕਟਰ ਆਖਦਾ ਸੀ ਕਿ ਮੌਸਮ ਬਦਲ ਰਿਹਾ ਤੇ ਹੋਰ ਕੁਝ ਨਹੀਂ। ਰਿਸ਼ੀ ਨੇ ਕਿਹਾ ਕਿ ਮੈਂ ਕੱਲ੍ਹ ਆਊਂਗਾ ਮਾਂ ਨੂੰ ਮਿਲਣ। ਅਗਲੇ ਦਿਨ ਰਿਸ਼ੀ ਜਦੋਂ ਉਹਨਾਂ ਵੱਲ ਆਇਆ ਤਾਂ ਪਾਪਾ ਨੇ ਦੱਸਿਆ ਕਿ ਮੈਂ 3 ਮਹੀਨੇ ਲਈ ਕੈਨੇਡਾ ਜਾ ਰਿਹਾ। ਤੇਰੇ ਚਾਚਾ ਬਹੁਤ ਕਹਿ ਰਹੇ ਸੀ ਮੈਨੂੰ ਉੱਥੇ ਆਉਣ ਲਈ, ਸੀਟ ਬੁੱਕ ਹੋ ਚੁੱਕੀ ਹੈ। ਕਦੋਂ ਦੀ? ਇਸੇ ਐਤਵਾਰ ਦੀ, ਪਾਪਾ ਨੇ ਕਿਹਾ। ਫਿਰ ਮਾਂ ਦਾ ਕੀ ਬਣੂਗਾ? ਰਿਸ਼ੀ ਨੇ ਪੁੱਛਿਆ। ਤੇਰੀ ਮਾਂ ਨੂੰ ਮੈਂ ਕਿਹਾ ਸੀ ਕਿ ਉੱਧਰ ਰਿਸ਼ੀ ਵੱਲ ਚਲੀ ਜਾਈਂ, ਪਰ ਉਹਨੇ ਮਨਾ ਕਰ ਦਿੱਤਾ, ਪਾਪਾ ਨੇ ਕਿਹਾ। ਮਾਂ ਨੇ ਇਉਂ ਹੀ ਕੀਤਾ। ਪਾਪਾ ਦੇ ਜਾਣ ਮਗਰੋਂ ਉਹ ਰਿਸ਼ੀ ਵੱਲ ਨਹੀਂ ਆਈ। ਸੋਚਦੀ ਸੀ ਕਿ ਮੈਨੂੰ ਇਕੱਲੀ ਨੂੰ ਕੀ ਡਰ ਹੈਗਾ ਛੋਟੂ ਮੇਰੇ ਕੋਲ। ਰਿਸ਼ੀ ਨੇ 1-2 ਵਾਰੀ ਕਿਹਾ ਕਿ ਤੁਸੀਂ ਸਾਡੇ ਕੋਲ ਚੱਲੋ, ਪਰ ਨੀਲਮ ਨੇ ਮਾਂ ਨੂੰ ਰਹਿਣ ਲਈ ਨਹੀਂ ਸੀ ਆਖਿਆ। ਇਸ ਕਰਕੇ ਉਹਨਾਂ ਦੇ ਘਰ ਜਾਣ ਨੂੰ ਮਾਂ ਦਾ ਮਨ ਨਹੀਂ ਸੀ ਕਰਦਾ। ਰਿਸ਼ੀ ਹੁਣ ਆਪਣੇ ਪਰਿਵਾਰ 'ਚ ਸੀ ਤੇ ਪਾਪਾ ਕੈਨੇਡਾ ਵਿੱਚ ਸੈਰਾਂ ਕਰਦੇ ਫਿਰਦੇ ਸਨ। ਮਾਂ ਨੂੰ ਲੱਗਦਾ ਜਿਵੇਂ ਉਹਦੇ ਸਾਰੇ ਕਾਰਜ ਮੁੱਕ ਗਏ ਸਨ। ਪਾਪਾ ਦਾ ਫੋਨ ਮਾਂ ਨੂੰ ਆਇਆ, ਹਾਲ ਚਾਲ ਪੁੱਛਦੇ ਸਨ। ਮਾਂ ਨੇ ਪੁੱਛਿਆ ਵਾਪਸ ਕਦੋਂ ਆ ਰਹੇ ਹੋ? ਅੱਗੋਂ ਉਹਨਾਂ ਨੇ ਜਵਾਬ ਦਿੱਤਾ, ਗੁਰਦਾਸ ਆਖਦਾ ਮਸਾਂ ਤਾਂ ਤੁਸੀਂ ਇੱਧਰ ਕੈਨੇਡਾ ਆਏ ਹੋ, ਹੁਣ ਕੁਝ ਚਿਰ ਰੁਕੋ, ਦੁਨੀਆ ਦੇਖੋ। ਉਹ ਤਾਂ ਇਹ ਵੀ ਕਹਿੰਦਾ ਤੁਹਾਨੂੰ ਬਾਕੀ ਦੁਨੀਆ ਵੀ ਘੁਮਾ ਕੇ ਲਿਆਵਾਂਗਾ, ਤੁਸੀਂ ਦੇਖੋਗੇ ਕਿ ਇੱਧਰਲੇ ਲੋਕ ਕਿਵੇਂ ਜਿਉਂਦੇ ਨੇ। ਅੱਗੋਂ ਮਾਂ ਨੇ ਉੱਤਰ ਦਿੱਤਾ, ਗੁਰਦਾਸ ਤੁਹਾਨੂੰ ਕੱਲ੍ਹ ਨੂੰ ਆਖੇਗਾ ਕਿ ਆਪਣੇ ਵਾਂਗ ਤੁਹਾਨੂੰ ਵੀ ਮੇਮ ਲਿਆ ਕੇ ਦੇ ਦਿੰਦਾ ਆ, ਫਿਰ ਤਾਂ ਇੱਧਰ ਆਉਣ ਦੀ ਲੋੜ ਵੀ ਨਹੀਂ ਪੈਣੀ। ਗੱਲ ਸੁਣ ਕੇ ਪਾਪਾ ਹੱਸ ਪਏ ਤੇ ਬੋਲੇ, ਅਸੀਂ ਮੇਮਾਂ ਬਾਰੇ ਗਲਤ ਸੋਚਦੇ ਹਾਂ ਕਿ ਮੇਮਾਂ ਨਿਰੀਆਂ ਲਫੰਗੀਆਂ ਹੁੰਦੀਆਂ ਨੇ। ਨਹੀਂ, 5 ਉਂਗਲਾਂ ਇੱਕਸਾਰ ਨਹੀਂ ਹੁੰਦੀਆਂ। ਸਾਡੀਆਂ ਔਰਤਾਂ ਸਾਰੀਆਂ ਹੀ ਕਿਹੜੀਆਂ ਭਲੀਆਂ ਹੁੰਦੀਆਂ ਨੇ। ਸਾਡੀ ਰਿਸ਼ੀ ਦੀ ਮਾਂ ਕਿਹੜੀ ਕਿਸੇ ਮੇਮ ਤੋਂ ਘੱਟ ਹੈ। ਤੁਸੀਂ ਹੁਣ ਵਾਪਸ ਮੁੜਨ ਦੀ ਕਰੋ। ਹਰੇਕ ਪੁੱਛਦਾ ਕਿ ਰਿਸ਼ੀ ਦੇ ਪਾਪਾ ਨੇ ਬੜਾ ਚਿਰ ਲਾਤਾ, ਉੱਥੇ ਕੀ ਕਰਦੇ ਨੇ? ਲੋਕਾਂ ਦੇ ਮਾਰ ਗੋਲੀ। ਜੇ ਰਿਸ਼ੀ ਦੀ ਮਾਂ ਆਖਦੀ ਹੈ ਤਾਂ ਛੇਤੀ ਆ ਜਾਊਂਗਾ। ਆਮ ਜਨਾਨੀਆਂ ਤਾਂ ਆਖਦੀਆਂ ਹੁੰਦੀਆਂ ਨੇ ਇਹ ਹੋਵੇ ਕਿਧਰੇ 4 ਦਿਨ ਦਫਾ ਸੁੱਖ ਦਾ ਸਾਹ ਆਵੇ। ਪਾਪਾ ਨੇ ਮਜ਼ਾਕ ਕੀਤਾ। ਤੁਸੀਂ ਮਜ਼ਾਕ ਛੱਡੋ, ਬਸ ਬਥੇਰਾ ਰਹਿ ਲਿਆ ਕੈਨੇਡਾ, ਆਖ ਕੇ ਮਾਂ ਨੇ ਫੋਨ ਬੰਦ ਕਰ ਦਿੱਤਾ। ਉੱਧਰ ਰਿਸ਼ੀ ਨੇ ਨੀਲਮ ਨੂੰ ਫੋਨ ਕਰਕੇ ਆਖਿਆ ਕਿ ਅੱਜ ਮਾਂ ਵੱਲ ਚੱਲਣਾ, ਮੈਂ ਜਲਦੀ ਆ ਜਾਵਾਂਗਾ, ਤੁਸੀਂ ਦੋਵੇਂ ਤਿਆਰ ਰਹੋ। ਅੱਗੋਂ ਨੀਲਮ ਕਹਿਣ ਲੱਗੀ, ਮੈਂ ਤੁਹਾਨੂੰ ਆਪ ਫੋਨ ਕਰਨ ਵਾਲੀ ਸੀ। ਮੈਂ ਤਾਂ ਅੱਜ ਅਖਬਾਰ 'ਚ ਦੇਖਿਆ ਕਿ ਡਾਇਮੰਡ ਦੇ ਗਹਿਣਿਆਂ ਦੀ ਪ੍ਰਦਰਸ਼ਨੀ ਲੱਗੀ ਹੈ। ਅੱਜ ਉਸ ਦਾ ਆਖਰੀ ਦਿਨ ਹੈ। 20% ਘੱਟ ਕੀਮਤ 'ਤੇ ਦੇ ਰਹੇ ਨੇ, ਨਾਲੇ ਡਾਇਮੰਡ ਦੇ ਅਸਲੀ ਹੋਣ ਦਾ ਸਰਟੀਫਿਕੇਟ ਵੀ। ਮਾਂ ਜੀ ਵੱਲ ਕੱਲ੍ਹ ਚਲੇ ਜਾਵਾਂਗੇ। ਉਹ ਕਿੰਨੇ ਦਿਨ ਹੋ ਗਏ ਸੋਚਦੇ, ਪਰ ਜਾ ਨਹੀਂ ਹੁੰਦਾ। ਰਿਸ਼ੀ ਨੇ ਕਿਹਾ, ਤੁਸੀਂ ਹੁਣ ਬੱਚੇ ਥੋੜ੍ਹੇ ਹੋ ਕਿ ਸਾਰਾ ਵੇਲਾ ਮਾਂ ਕਰਦੇ ਰਹੋ। ਨੀਲਮ ਅੱਗੋਂ ਬੋਲੀ, ਤੂੰ ਇਹ ਕਿਉਂ ਨਹੀਂ ਆਖਦੀ ਕਿ ਔਰਤਾਂ ਨੂੰ ਗਹਿਣੇ ਕੱਪੜਿਆਂ ਦਾ ਨਸ਼ਾ ਹੁੰਦਾ, ਇਸ ਲਈ ਬਹੁਤਾ ਧਿਆਨ ਇਸ ਪਾਸੇ ਰਹਿੰਦਾ। ਚਲੋ ਜੀ, ਮੰਨ ਲੈਂਦੇ ਹਾਂ ਤੁਹਾਡੀਆਂ ਗੱਲਾਂ, ਪਰ ਇਹ ਨਸ਼ਾ ਆਦਮੀਆਂ ਦੇ ਹਰੇਕ ਨਸ਼ੇ ਨਾਲੋਂ ਚੰਗਾ। ਉਹ ਤੈਨੂੰ ਤਾਂ ਨੀਲਮ ਵਕੀਲ ਹੋਣਾ ਚਾਹੀਦਾ, ਤੇਰੇ ਕੋਲ ਹਰ ਗੱਲ ਦਾ ਜਵਾਬ ਤਿਆਰ ਹੈ। ਰਿਸ਼ੀ ਨੇ ਕਿਹਾ, ਡਾਇਮੰਡ ਖਰੀਦਣ ਵਾਸਤੇ ਪੈਸੇ ਹੈਗੇ ਤੇਰੇ ਕੋਲ? ਰਿਸ਼ੀ ਨੇ ਪੁੱਛਿਆ। ਉਹ 6 ਮਹੀਨੇ ਤੱਕ ਦਾ ਚੈੱਕ ਲੈ ਲੈਂਦੇ ਨੇ, ਨੀਲਮ ਨੇ ਜਵਾਬ ਦਿੱਤਾ। 6 ਮਹੀਨਿਆਂ ਤੱਕ ਡਾਇਮੰਡ ਵਾਸਤੇ ਪੈਸੇ ਕਿੱਥੋਂ ਆਉਣਗੇ? ਰਿਸ਼ੀ ਨੇ ਫਿਰ ਪੁੱਛਿਆ। ਹੋ ਜਾਊਗਾ ਇੰਤਜ਼ਾਮ, ਕੁਝ ਤਨਖਾਹਾਂ 'ਚ ਜੋੜਾਂਗੀ, ਕੁਝ ਪਾਪਾ ਨੂੰ ਕਹਾਂਗੀ ਪੈਸੇ ਭੇਜਣ ਬਾਰੇ, ਕੁਝ ਤੁਸੀਂ ਮਾਂ ਜੀ ਕੋਲ ਮੰਗਵਾ ਲਿਓ। ਮੈਂ ਤਾਂ ਇਹ ਵੀ ਸੁਣਿਆ ਹੋਇਆ ਕਿ ਤੁਹਾਡੇ ਵਰਗੇ ਅਫਸਰਾਂ ਕੋਲ ਤਗੜੀਆਂ ਅਸਾਮੀਆਂ ਹੁੰਦੀਆਂ ਨੇ, ਮਾੜਾ ਜਿਹਾ ਉਹਦਾ ਵੀ ਕੋਈ ਕੰਮ ਸਾਰ ਦਿਓ, ਜਿੰਨੇ ਮਰਜ਼ੀ ਪੈਸੇ ਝਾੜ ਲਵੋ। ਜੁਗਨੂ ਨੂੰ ਹਰਾਮ ਦੀ ਕਮਾਈ ਨਾਲ ਪਾਲੇਂਗੀ, ਉਹ ਹਰਾਮ ਦਾ ਹੀ ਬਣੂ। ਮੈਨੂੰ ਤਾਂ ਮਾਂ ਨੇ ਇਹੀ ਸਿਖਾਇਆ। ਉਹ ਚਲੋ ਛੱਡੋ ਸਾਰੀਆਂ ਗੱਲਾਂ, ਨਹੀਂ ਲੈ ਕੇ ਦੇਣੇ ਨਾ ਲੈ ਕੇ ਦਿਓ, ਆਖ ਕੇ ਨੀਲਮ ਨੇ ਫੋਨ ਕੱਟ ਦਿੱਤਾ। ਰਿਸ਼ੀ ਨੇ ਸੋਚਿਆ ਕਿ ਚਲੋ ਬਹੁਤੇ ਕੀਮਤੀ ਗਹਿਣੇ ਨਾ ਸਹੀ, ਘੱਟ ਕੀਮਤੀ ਗਹਿਣੇ ਲੈ ਲਵਾਂਗੇ। ਛੇਤੀ ਦਫ਼ਤਰੋਂ ਘਰ ਆ ਗਿਆ, ਪ੍ਰਦਰਸ਼ਨੀ ਦੇਖਣ ਚਲੇ ਗਏ। ਹੀਰਿਆਂ ਦੇ ਗਹਿਣੇ ਅਸਲ 'ਚ ਬਹੁਤ ਖੂਬਸੂਰਤ ਸਨ, ਰਿਸ਼ੀ ਨੂੰ ਵੀ ਚੰਗੇ ਲੱਗੇ। ਨੀਲਮ ਨੇ ਜਦੋਂ ਪਾ ਦਿਖਾਏ ਉਹ ਖੁਸ਼ ਸੀ। ਰਿਸ਼ੀ ਨੂੰ 6 ਮਹੀਨੇ ਅਗਾਂਹ ਦਾ ਚੈੱਕ ਦੇਣਾ ਪਿਆ। ਕਾਫੀ ਦੇਰ ਹੋਈ, ਘਰ ਨੂੰ ਮੁੜੇ ਤਾਂ ਪਹਿਰੇਦਾਰ ਨੇ ਦੱਸਿਆ ਕਿ ਮਾਂ ਜੀ ਆਏ ਸਨ। ਕਾਫੀ ਚਿਰ ਉਡੀਕਦੇ ਰਹੇ, ਕਹਿੰਦੇ ਸੀ ਕਿ ਜੀ ਵੀ ਰਾਜੀ ਨਹੀਂ, ਕੱਲ੍ਹ ਦਫ਼ਤਰੋਂ ਸਿੱਧੇ ਮਾਂ ਜੀ ਦੇ ਘਰ ਚਲੇ ਜਾਣਾ। ਨੀਲਮ ਨੇ ਰਿਸ਼ੀ ਨੂੰ ਖੁਸ਼ ਕਰਨ ਲਈ ਕਿਹਾ। ਅਗਲੇ ਦਿਨ ਦੁਪਹਿਰ ਤੋਂ ਮਗਰੋਂ ਜਦੋਂ ਰਿਸ਼ੀ ਦਫ਼ਤਰ ਦਾ ਕੰਮ ਛੇਤੀ ਮੁਕਾ ਰਿਹਾ ਸੀ ਤਾਂ ਉਸ ਦਾ ਬੌਸ ਉਹਦੇ ਕਮਰੇ 'ਚ ਆ ਗਿਆ। ਸਰ, ਤੁਸੀਂ ਮੈਨੂੰ ਬੁਲਾ ਲੈਂਦੇ, ਰਿਸ਼ੀ ਖੜੇ ਹੁੰਦੇ ਬੋਲਿਆ। ਜ਼ਰੂਰੀ ਕੰਮ ਆ ਪਿਆ, ਇੱਕ ਪਾਸੇ ਸੋਫੇ 'ਤੇ ਬੈਠਦਿਆਂ ਬੌਸ ਨੇ ਆਖਿਆ। ਰਿਸ਼ੀ ਨੇ ਘੰਟੀ ਮਾਰ ਕੇ ਚਪੜਾਸੀ ਨੂੰ 2 ਕੱਪ ਕੌਫੀ ਲਿਆਉਣ ਲਈ ਕਿਹਾ। ਕੀ ਗੱਲ ਹੈ ਸਰ? ਰਿਸ਼ੀ ਨੇ ਪੁੱਛਿਆ। ਮੇਰੇ ਸਹੁਰਾ ਸਾਹਿਬ ਦਿੱਲੀ ਰਹਿੰਦੇ ਨੇ, ਹੁਣੇ ਫੋਨ ਆਇਆ ਕਿ ਅਚਾਨਕ ਹਾਰਟ ਫੇਲ ਨਾਲ ਸਵਰਗਵਾਸ ਹੋ ਗਏ ਨੇ। ਤੁਹਾਨੂੰ ਪਤਾ ਹੀ ਹੈ, ਇੱਕੋ ਮੇਰਾ ਸਾਲਾ ਹੈ, ਉਹ ਅਮਰੀਕਾ ਹੈ, ਉਹਨੇ ਐਡੀ ਛੇਤੀ ਪਹੁੰਚ ਨਹੀਂ ਸਕਣਾ, ਆਪਾਂ ਨੂੰ ਹੀ ਚੱਲ ਕੇ ਕਿਰਿਆਕਰਮ ਕਰਾਉਣਾ ਪੈਣਾ। ਬੋਸ ਨੇ ਕਿਹਾ। ਠੀਕ ਹੈ, ਚਲੇ ਜਾਵਾਂਗੇ। ਕੌਫੀ ਦਾ ਕੱਪ ਉਸ ਦੇ ਅੱਗੇ ਕਰਕੇ ਆਪਣਾ ਕੱਪ ਚੁੱਕ ਕੇ ਰਿਸ਼ੀ ਬੋਲਿਆ। ਤੂੰ ਰਾਤ ਜੋਗਾ ਨਾਈਟ ਸੂਟ ਲੈ ਕੇ ਡਰਾਈਵਰ ਨੂੰ ਲੈ ਕੇ ਸਾਡੇ ਘਰ ਆ ਜਾ, ਬੋਸ ਨੇ ਕਿਹਾ। ਸਰ, ਅੱਜ ਤਾਂ ਦਿੱਲੀ ਪਹੁੰਚਦਿਆਂ ਲੇਟ ਹੋ ਜਾਵਾਂਗੇ। ਕੌਫੀ ਪੀਣ ਮਗਰੋਂ ਬੋਸ ਚਲਿਆ ਗਿਆ। ਉਸ ਦੀ ਪਤਨੀ ਨੇ ਵੀ ਨਾਲ ਜਾਣਾ ਸੀ। ਰਿਸ਼ੀ ਨੇ ਅੱਧਾ ਘੰਟਾ ਜ਼ਰੂਰੀ ਫਾਈਲਾਂ ਕੱਢੀਆਂ, ਫਿਰ ਡਰਾਈਵਰ ਨੂੰ ਨਾਲ ਲੈ ਕੇ ਆਪਣੇ ਘਰ ਚਲਿਆ ਗਿਆ। ਉਸਨੇ ਨੀਲਮ ਨੂੰ ਕਿਹਾ ਕਿ ਦਿੱਲੀ ਜਾਣਾ ਪੈਣਾ, ਤੂੰ ਇਕੱਲੀ ਹੈ, ਮਾਂ ਨੂੰ ਬੁਲਾ ਲਵੀਂ। ਮੈਨੂੰ ਇੱਥੇ ਕੋਈ ਡਰ ਨਹੀਂ, ਮਾਂ ਜੀ ਨੂੰ ਕਾਹਨੂੰ ਤੰਗ ਕਰਨਾ, ਕੋਠੀ ਦੇ ਬਾਹਰ ਪੈ ਰਿਹਾ ਹੈ।
ਨੀਲਮ ਨੇ ਜਵਾਬ ਦਿੱਤਾ। ਸਰਵੈਂਟਸ ਕੁਆਟਰ 'ਚ ਡਰਾਈਵਰ ਅਤੇ ਕੁੱਕ ਦੀਆਂ ਫੈਮਲੀਜ਼ ਨੇ। ਰਿਸ਼ੀ ਚੁੱਪ ਰਿਹਾ। ਅਟੈਚੀ ਕੇਸ 'ਚ ਤੌਲੀਆ, ਬੁਰਸ਼, ਨਾਈਟ ਸੂਟ ਤੇ ਇੱਕ ਪੈਂਟ ਕਮੀਜ਼ ਪਾ ਕੇ ਜਾਣ ਲੱਗਿਆਂ ਜੁਗਨੂ ਨੂੰ ਪਿਆਰ ਦੇ ਕੇ ਰਿਸ਼ੀ ਨੇ ਕਿਹਾ, ਮੇਰੇ ਮਗਰੋਂ ਬੇਟੇ ਆਪਣੀ ਮੰਮੀ ਦਾ ਖਿਆਲ ਰੱਖੀ। ਇਹ ਸੁਣ ਕੇ ਨੀਲਮ ਹੱਸ ਪਈ। ਉੱਥੋਂ ਉਹ ਬੌਸ ਦੀ ਕੋਠੀ ਆ ਗਿਆ। ਅੱਗੋਂ ਉਹ ਅੱਗੜ ਪਿੱਛੜ ਦਿੱਲੀ ਵੱਲ ਚੱਲ ਪਏ। ਹਨੇਰਾ ਹੋਣ 'ਤੇ ਰਾਹ 'ਚ ਉਹਨਾਂ ਨੇ ਇੱਕ ਰੈਸਤਰਾਂ ਤੋਂ ਰੋਟੀ ਖਾਧੀ। ਰਿਸ਼ੀ ਹੈਰਾਨ ਸੀ ਕਿ ਬੌਸ ਦੀ ਬੋਟੀ, ਜਿਹਦਾ ਬਾਪ ਮਰਿਆ ਸੀ, ਉਹਨੇ ਵੀ ਆਰਾਮ ਨਾਲ ਖਾਣਾ ਖਾ ਲਿਆ ਸੀ। ਰਿਸ਼ੀ ਨੂੰ ਬੋਟੀ ਵੱਲ ਤੱਕਦਿਆਂ ਬੌਸ ਨੇ ਬੋਟੀ ਨੂੰ ਕਿਹਾ, ਬਹੁਤਾ ਰੋਣ ਤੋਂ ਨਾਲ ਕੁਝ ਨਹੀਂ ਬਣਦਾ, ਬੰਦੇ ਨੂੰ ਸਟਰੋਂਗ ਹੋਣਾ ਚਾਹੀਦਾ। ਦਿੱਲੀ ਉਹ ਰਾਤ ਦੇ 10 ਵਜੇ ਪਹੁੰਚੇ। ਬੌਸ ਦੀ ਬੋਟੀ ਨੇ ਬਾਪ ਦੇ ਮੂੰਹ ਤੋਂ ਕੱਪੜਾ ਲਾਉਂਦੇ ਹੀ ਹਾਏ ਪਾਪਾ ਕਹਿ ਕੇ ਧਾ ਮਾਰੀ। ਫਿਰ ਥੋੜ੍ਹੀ ਦੇਰ ਬਾਅਦ ਉਹਨਾਂ ਨੇ ਮ੍ਰਿਤਕ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਉਹ ਸ਼ਾਇਦ ਅਮਰੀਕਾ 'ਚ ਰਹਿੰਦੇ ਉਹਦੇ ਪੁੱਤਰ ਨੂੰ ਉਡੀਕਣਾ ਚਾਹੁੰਦੇ ਸਨ। ਅਗਲੀ ਸਵੇਰ ਤੱਕ ਉਹਦਾ ਫੋਨ ਆ ਗਿਆ ਕਿ ਕੋਈ ਫਲਾਈਟ ਨਹੀਂ ਮਿਲ ਰਹੀ, ਮੈਂ 3 ਦਿਨਾਂ ਤੋਂ ਪਹਿਲਾਂ ਨਹੀਂ ਪਹੁੰਚ ਸਕਾਂਗਾ, ਇਸ ਲਈ ਕ੍ਰੀਮੇਸ਼ਨ ਤੁਸੀਂ ਕਰ ਦਿਓ ਤੇ ਭੋਗ ਮੇਰੇ ਆਏ 'ਤੇ ਪਾ ਦੇਣਾ। ਭੋਗ ਵੀ ਜਿਵੇਂ ਅੱਜ ਕੱਲ੍ਹ ਕਰਦੇ ਨੇ, ਚੌਥੇ ਦਿਨ ਰੱਖ ਲਓ। ਬੌਸ ਨੇ ਕ੍ਰੀਮੇਸ਼ਨ ਤੋਂ ਮਗਰੋਂ ਰਿਸ਼ੀ ਨੂੰ ਵਾਪਸ ਨਾ ਜਾਣ ਦਿੱਤਾ ਕਿਉਂਕਿ ਅਗਲੇ ਦਿਨ ਫੁੱਲ ਚੁਗਣੇ ਸਨ। ਬੌਸ ਦੇ ਉੱਥੇ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਫਿਰ ਫੁੱਲ ਹਰਿਦੁਆਰ ਪ੍ਰਵਾਹ ਕਰਕੇ ਆਉਣੇ ਸਨ। ਪਤਾ ਨਹੀਂ ਕਿਉਂ ਬੌਸ ਨੂੰ ਰਿਸ਼ੀ ਤੋਂ ਬਿਨਾਂ ਆਪਣੇ ਆਪ ਸਾਰੇ ਕੰਮ ਕਰਨੇ ਔਖੇ ਲੱਗਦੇ ਸਨ। ਹਰਿਦੁਆਰ ਤੋਂ ਆ ਕੇ ਉਹਨਾਂ ਨੇ ਅਖਬਾਰ 'ਚ ਤਸਵੀਰ ਦੇ ਭੋਗ ਦਾ ਸਮਾਂ ਅਤੇ ਸਥਾਨ ਕਢਵਾ ਦਿੱਤੇ। ਇੱਕ ਦਿਨ ਸਾਰੇ ਪ੍ਰਬੰਧ ਕਰਨ ਨੂੰ ਚਾਹੀਦਾ ਸੀ ਕੋਈ। ਭੋਗ ਤੋਂ ਮਗਰੋਂ ਆਏ ਗਏ ਦੀ ਰੋਟੀ ਦਾ ਪ੍ਰਬੰਧ ਵੀ ਕਰਨਾ ਸੀ। ਉਸਨੇ ਰਿਸ਼ੀ ਨੂੰ ਆਖਿਆ, ਤੈਨੂੰ ਇੰਨੇ ਦਿਨ ਰੋਕਣਾ ਚੰਗਾ ਤਾਂ ਨਹੀਂ ਲੱਗਦਾ, ਪਰ ਮੈਂ ਮਜਬੂਰ ਹਾਂ, ਤੇਰੀ ਸ਼੍ਰੀਮਤੀ ਵੀ ਉਡੀਕਦੀ ਹੋਊਗੀ। ਰਿਸ਼ੀ ਨੇ ਕਿਹਾ, ਕੋਈ ਨਹੀਂ ਸਰ, ਘਰੇ ਨੀਲਮ ਨੂੰ ਫੋਨ ਕਰ ਦਿੱਤਾ ਸੀ, ਕੱਲ੍ਹ ਨੂੰ ਭੋਗ ਮਗਰੋਂ ਚਲਾ ਜਾਵਾਂਗਾ। ਅਗਲੇ ਦਿਨ ਭੋਗ ਪੈ ਗਿਆ। ਮਹਿਮਾਨਾਂ ਨੂੰ ਸੰਭਾਲਦੇ ਤੀਜਾ ਪਹਿਰ ਹੋ ਗਿਆ। ਪਤਾ ਨਹੀਂ ਰਿਸ਼ੀ ਦਾ ਦਿਲ ਕਾਹਤੋਂ ਕਾਹਲਾ ਪੈ ਰਿਹਾ ਸੀ। ਉਸ ਨੂੰ ਮਾਂ ਬੜੀ ਯਾਦ ਆ ਰਹੀ ਸੀ। ਕਾਫੀ ਦਿਨ ਹੋਏ ਸਨ ਮਾਂ ਵੱਲ ਗਏ ਨੂੰ। ਆਪਣੇ ਆਪ ਨੂੰ ਕਸੂਰਵਾਰ ਲੱਗ ਰਿਹਾ ਸੀ। ਉਧਰ ਮਾਂ ਨੂੰ ਪਹਿਲਾਂ ਹਲਕਾ ਜਿਹਾ ਬੁਖਾਰ ਹੋ ਗਿਆ, ਫਿਰ ਤੇਜ਼ ਬੁਖਾਰ ਹੋ ਗਿਆ। ਉਸਨੇ ਸੋਚਿਆ ਕਿ ਰਿਕਸ਼ਾ ਮੰਗਵਾ ਕੇ ਆਪ ਹੀ ਡਾਕਟਰ ਨੂੰ ਦਿਖਾਵਾਂ, ਪਰ ਉਸ ਤੋਂ ਜਿਵੇਂ ਖੜਿਆ ਹੀ ਨਹੀਂ ਸੀ ਜਾ ਰਿਹਾ। ਉਸਨੇ ਛੋਟੂ ਨੂੰ ਰਿਸ਼ੀ ਦੇ ਘਰ ਭੇਜਿਆ ਕਿ ਮਾਂ ਜੀ ਦੀ ਤਬੀਅਤ ਠੀਕ ਨਹੀਂ। ਨੀਲਮ ਨੇ ਦੱਸਿਆ ਕਿ ਉਹ ਤਾਂ ਦਿੱਲੀ ਗਏ ਹੋਏ ਨੇ, ਮੈਂ ਕੱਲ੍ਹ ਆਵਾਂਗੀ ਮਾਂ ਜੀ ਕੋਲ। ਫਿਰ ਛੋਟੂ ਆਪ ਹੀ ਦਵਾਈਆਂ ਦੀ ਦੁਕਾਨ 'ਤੇ ਜਾ ਕੇ ਇਹ ਕਹਿ ਕੇ ਮਾਂ ਜੀ ਨੂੰ ਬੁਖਾਰ ਹੈ ਦਵਾਈ ਲੈ ਆਇਆ। ਮਾਂ ਨੇ ਦਵਾਈ ਖਾ ਤਾਂ ਲਈ ਸੀ, ਪਰ ਕੋਈ ਫਰਕ ਨਹੀਂ ਸੀ ਪਿਆ। ਉਹਦੀ ਤਬੀਅਤ ਹੋਰ ਵੀ ਖਰਾਬ ਹੋ ਗਈ। ਛੋਟੂ ਦੇ ਸਮਝ ਕੁਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਮਾਂ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ। ਪਤਾ ਨਹੀਂ ਕੀ ਸੋਚ ਕੇ ਮਾਂ ਦੀਆਂ ਅੱਖਾਂ 'ਚ ਪਾਣੀ ਭਰ ਆਇਆ। ਦੁਪਹਿਰ ਵੇਲੇ ਉਹਨੇ ਆਪਣੇ ਸਰਾਣੇ ਹੇਠਾਂ ਰੱਖੀ ਇੱਕ ਚਿੱਠੀ ਕੱਢੀ, ਜਿਹਦੇ ਉੱਪਰ ਮੋਟੇ-ਮੋਟੇ ਅੱਖਰਾਂ 'ਚ ਲਿਖਿਆ ਸੀ, ਆਈ ਮਿਸ ਯੂ ਮਾਂ। ਮਾਂ ਨੇ ਰਿਸ਼ੀ ਦੀ ਲਿਖੀ ਇਹ ਚਿੱਠੀ ਹੱਥ 'ਚ ਘੁੱਟ ਲਈ। ਉਸ ਦਾ ਸਾਰਾ ਜਿਸਮ ਟੁੱਟਦਾ ਜਾ ਰਿਹਾ ਸੀ। ਰਿਸ਼ੀ ਨੇ ਤੀਜੇ ਪਹਿਰ ਬਿਨਾਂ ਖਾਧੇ ਪੀਤੇ ਡਰਾਈਵਰ ਨੂੰ ਵਾਪਸ ਚੱਲਣ ਲਈ ਕਿਹਾ। ਬੌਸ ਨੇ ਉਸ ਦਾ ਧੰਨਵਾਦ ਕੀਤਾ। ਵਾਪਸ ਜਾਂਦਾ ਹੋਇਆ ਰਿਸ਼ੀ ਸੋਚ ਰਿਹਾ ਸੀ ਕਿ ਬੇਸ਼ੱਕ ਜਿੰਨਾ ਮਰਜ਼ੀ ਹਨੇਰਾ ਹੋ ਜਾਏ, ਮੈਂ ਸਿੱਧਾ ਮਾਂ ਕੋਲ ਹੀ ਜਾਵਾਂਗਾ। ਮਾਂ ਥੋੜ੍ਹਾ ਜਿਹਾ ਗੁੱਸਾ ਤਾਂ ਦਿਖਾਏਗੀ, ਫਿਰ ਆਪ ਹੀ ਮੰਨ ਜੇਗੀ। ਥੋੜ੍ਹਾ ਤੇਜ਼ ਚਲਾ, ਉਸਨੇ ਡਰਾਈਵਰ ਨੂੰ ਬੇਧਿਆਨੇ ਜਿਹੇ ਹੋ ਕੇ ਕਿਹਾ। ਆਪਾਂ ਸਰ ਪਹਿਲਾਂ ਹੀ ਕਾਫੀ ਸਪੀਡ 'ਤੇ ਜਾ ਰਹੇ ਹਾਂ, ਡਰਾਈਵਰ ਨੇ ਕਿਹਾ। ਜਦ ਉਹਨਾਂ ਨੂੰ ਟੋਲ ਟੈਕਸ 'ਤੇ ਖੜਾ ਲਿਆ ਗਿਆ, ਉਦੋਂ ਰਿਸ਼ੀ ਦਾ ਜੀ ਕੀਤਾ ਕਿ ਅੱਗੇ ਖੜੇ ਵਾਹਨਾਂ 'ਚ ਟੱਕਰ ਮਾਰ ਕੇ ਇੱਧਰ ਉੱਧਰ ਕਰਕੇ ਆਪ ਛੇਤੀ ਲੰਘ ਜੇ। ਟੋਲ ਟੈਕਸ ਵਾਲੇ ਤੋਂ ਬਣਦੇ ਪੈਸੇ ਲੈਣ ਲਈ ਉਹ ਨਹੀਂ ਸੀ ਰੁਕੇ। ਰਾਹ ਮਿਲਦਿਆਂ ਡਰਾਈਵਰ ਨੇ ਗੱਡੀ ਭਜਾ ਲਈ। ਅੱਜ ਜੇ ਮਾਂ ਜੀ ਨੂੰ ਪਤਾ ਲੱਗਿਆ ਕਿ ਗੱਡੀ ਐਨੀ ਤੇਜ਼ ਭਜਾਈ ਸੀ ਤਾਂ ਜ਼ਰੂਰ ਮੇਰੇ ਜੁੱਤੀਆਂ ਪੈਣਗੀਆਂ, ਡਰਾਈਵਰ ਨੇ ਕਿਹਾ। ਥੋੜ੍ਹੀ ਰਾਤ ਗਏ ਤੱਕ ਉਹ ਮਾਂ ਦੇ ਘਰ ਪੁੱਜ ਗਏ। ਰਿਸ਼ੀ ਫਾਟਕ ਖੋਲ੍ਹ ਕੇ ਅੰਦਰ ਗਿਆ। ਮੋਤੀ ਪਹਿਲਾਂ ਵਾਂਗ ਛਲਾਂਗਾ ਮਾਰਦਾ ਉਸ ਵੱਲ ਨਹੀਂ ਭੱਜਿਆ। ਅੰਦਰ ਜਾ ਕੇ ਰਿਸ਼ੀ ਨੇ ਦੇਖਿਆ ਕਿ ਮਾਂ ਕੋਲ ਇੱਕ ਪਾਸੇ ਛੋਟੂ ਚੌਕੀ 'ਤੇ ਬੈਠਾ ਉਂਗਲਾ ਰਿਹਾ ਸੀ। ਉਸ ਰਿਸ਼ੀ ਦੇ ਆਉਣ ਦਾ ਖੜਕਾ ਸੁਣ ਕੇ ਅੱਬੜ ਵਾਹੇ ਜਾਗਿਆ ਤੇ ਬੋਲਿਆ ਕਿ ਮਾਂ ਜੀ ਕੋਈ ਗੱਲ ਹੀ ਨਹੀਂ ਕਰ ਰਹੇ, ਪਤਾ ਨਹੀਂ ਕੀ ਹੋ ਗਿਆ। ਰਿਸ਼ੀ ਮਾਂ ਦੇ ਨੇੜੇ ਗਿਆ। ਉਸ ਦੀ ਨਬਜ਼ ਟੋਈ, ਮੱਥੇ 'ਤੇ ਹੱਥ ਰੱਖਿਆ। ਮਾਂ ਪਤਾ ਨਹੀਂ ਕਦੋਂ ਦੀ ਜਾ ਚੁੱਕੀ ਸੀ। ਉਸਨੇ ਮਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ ਹੱਥ 'ਚੋਂ ਚਿੱਠੀ ਕੱਢੀ, ਜੋ ਰਿਸ਼ੀ ਦੀ ਆਪਣੀ ਹੀ ਲਿਖੀ ਹੋਈ ਸੀ, ਆਈ ਮਿਸ ਯੂ ਮਾਂ। ਉਹ ਬੱਚਿਆਂ ਵਾਂਗ ਵਿਲਕ ਕੇ ਮਾਂ ਦੇ ਗਲ ਲੱਗ ਗਿਆ। ਮਾਂ ਦੀਆਂ ਅੱਧ ਖੁੱਲੀਆਂ ਅੱਖਾਂ ਵੱਲ ਦੇਖ ਕੇ ਉਸ ਨੂੰ ਲੱਗਿਆ ਜਿਵੇਂ ਉਹ ਆਖਰੀ ਹੋਵੇ, ਆਈ ਮਿਸ ਯੂ ਰਾਜਾ।